ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਬਹੁਤ ਸੰਗਤ ਦੀ ਡਿਮਾਂਡ ਸੀ ਜੀ ਪਿਛਲਾ ਜਿਹੜਾ ਕੁਐਸਚਨ ਆਨਸਰ ਸੈਸ਼ਨ ਅਸੀਂ ਕੀਤਾ ਸੀ ਉਹਨੂੰ ਦੁਬਾਰਾ ਕੀਤਾ ਜਾਏ। ਉसी ਸੰਗਤ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਅੱਜ ਫਿਰ ਕੁਐਸਚਨ ਆਨਸਰ ਦਾ ਦੂਜਾ ਸੈਸ਼ਨ ਭਾਈ ਸਾਹਿਬ ਜੀ ਭਾਈ ਜਸਪ੍ਰੀਤ ਸਿੰਘ ਜੀ ਨਾਲ, ਜੋ ਕਿ ਹੈਡ ਗ੍ਰੰਥੀ ਨੇ ਗੁਰਦੁਆਰਾ ਗੋਬਿੰਦ ਨਗਰ ਰੇਸ ਕੋਰਸ ਦੇਹਰਾਦੂਨ ਵਿਖੇ। ਬਹੁਤ ਬਖਸ਼ਿਸ਼ ਹੈ ਭਾਈ ਸਾਹਿਬ ਜੀ ਤੇ ਜਿਹੜੀ ਸੰਗਤ ਬਾਹਰੋਂ ਜੁੜੀ ਹੈ ਜਾਂ ਪਹਿਲੀ ਵਾਰ ਜੁੜ ਰਹੀ ਹੈ, ਇਸ ਕਰਕੇ ਮੈਂ ਸਮਝਣਾ ਭਾਈ ਸਾਹਿਬ ਦਾ ਇੰਟਰੋਡਕਸ਼ਨ ਦੁਬਾਰਾ ਦਿੱਤਾ ਜਾਏ। ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਸਹਿਜ ਤਰੀਕੇ ਦੇ ਨਾਲ ਆਪ ਜੀ ਗੁਰੂ ਸਾਹਿਬ ਦੇ ਹੁਕਮਾਂ ਨੂੰ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਜਦ ਤੋਂ ਭਾਈ ਸਾਹਿਬ ਜੀ ਨੇ ਰੇਸ ਕੋਰਸ ਗੁਰਦੁਆਰੇ ਵਿਖੇ ਸੇਵਾ ਸੰਭਾਲੀ ਹੈ, ਸਹਿਜ ਪਾਠ ਦੀ ਕਥਾ, ਨਿਤਨੇਮ ਦੀ ਕਥਾ, ਪਾਠ ਸ਼ੁੱਧ ਕਰਾਉਣ ਦੀ ਸੇਵਾ ਆਪਣੇ ਡੇਲੀ ਰੂਟੀਨ ਤੋਂ ਇਲਾਵਾ ਸੰਗਤ ਦੇ ਨਾਲ ਆਪ ਜੀ ਵੱਧ ਚੜ ਕੇ ਸੇਵਾ ਕਰਦੇ ਨੇ। ਤੇ ਮਹਾਰਾਜ ਦੀ ਬਹੁਤ ਦਇਆ ਸੰਗਤ ਉੱਪਰ ਕਿ ਰੇਸ ਕੋਰਸ ਬਹੁਤ ਸਾਡੇ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਵੀਰ ਸਾਰੇ ਸ਼ੁੱਧ ਪਾਠ ਕਰਦੇ ਨੇ, ਗੁਰਮਤਿ ਦੇ ਧਾਰਨੀ ਧੀਰੇ ਧੀਰੇ ਬਣ ਰਹੇ ਨੇ। ਤੇ ਅਸੀਂ ਇਹ ਮੌਕਾ ਲੱਭ ਕੇ ਭਾਈ ਸਾਹਿਬ ਜੀ ਨੂੰ ਉਹਨਾਂ ਅੱਗੇ ਬੇਨਤੀ ਕੀਤੀ ਤੇ ਇਹ ਸੈਸ਼ਨ ਅਸੀਂ ਰੱਖਿਆ ਤਾਂ ਕਿ ਹੋਰ ਵੀ ਸੰਗਤ ਇਸ ਚੀਜ਼ ਦਾ ਲਾਹਾ ਲੈ ਸਕੇ। ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ, ਥੋੜਾ ਜਿਹਾ ਤੇਜ਼ੀ ਨਾਲ ਆ ਜਾਓ ਜੀ। ਅੱਜ ਅਸੀਂ ਔਨ ਡਾਟ ਹਾਂ ਤੇ ਸੰਗਤ ਘੱਟ ਹੈ। 2 ਮਿੰਟ ਹੋਰ ਮੈਂ ਵੇਟ ਕਰਾਂਗਾ। ਭਾਈ ਸਾਹਿਬ ਜੀ ਸਾਡੇ ਨਾਲ ਜੁੜੇ ਹੋਏ ਨੇ। ਭਾਈ ਸਾਹਿਬ ਜੀ ਨੂੰ ਲਾਈਵ ਕਰਨ ਤੋਂ ਪਹਿਲੇ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕਿ ਥੋੜਾ ਜਿਹਾ ਤੇਜ਼ੀ ਨਾਲ ਆ ਜਾਓ। ਮਹਾਰਾਜ ਦੀ ਬਹੁਤ ਹੀ ਦਇਆ ਹੈ। ਗੁਰੂ ਸਾਹਿਬ ਸਾਨੂੰ ਹਰ ਮੌਕੇ, ਹਰ ਕਦਮ, ਹਰ ਤਰੀਕੇ ਦੇ ਨਾਲ ਜੀਵਨ ਜੀਣ ਦੀ ਜਾਚ ਸਿਖਾਉਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ, ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਨੇ ਤ੍ਰਿਗ ਜੀਵਨ ਨਹੀਂ ਰਹਿਣਾ, ਕੋਈ ਥਿਰ ਨਹੀਂ ਹੈ। ਖਾਣ ਵਿੱਚ, ਪੀਣ ਵਿੱਚ, ਹੱਸਣ ਵਿੱਚ, ਸੌਣ ਵਿੱਚ, ਸਭ ਕੁਝ ਵਿੱਚ ਤੂੰ ਮਰਨਾ ਵਿਸਾਰ ਦਿੱਤਾ ਹੈ, ਕਿਉਂਕਿ ਸੱਚ ਕੇਵਲ ਮਰਨਾ ਹੈ। क्योंकि मरना है, क्यों मरना सच है। गुरु साहब कहते ने, जब जब आए केस कह पटके, भ्रम बहुत चोटा खाएगा, धर्म राय जब लेखा मांगे, क्या मुंह लैके जाएगा। क्योंकि साडा जिहड़ा जीवन का काम है ना, जिवें साडे बच्चे पूरा साल बहुत मेहनत करते हैं है ना, उन्होंने हाफ ईयरली एग्जाम होंगे ने, उन्होंने क्वार्टरली एग्जाम्स होंगे ने, यूनिट टेस्ट होंगे ने। यूनिट टेस्ट विच अच्छा नहीं परफॉर्म किया स्कोप होंदा है क्वार्टरली अच्छा नहीं परफॉर्म किया स्कोप होंदा है कि हाफ ईयरली अच्छा नहीं परफॉर्म किया तो लास्ट अपॉर्चुनिटी है जी फाइनल एग्जाम। फाइनल अच्छा नहीं होया तो फेल हो गया, फिर उसनू क्लास रिपीट करनी पैंदी है। इवें जीवन का सर्कल भी है जी। गुरु साहब का जिहड़ा जीवन का सर्कल है ना, वो साडा फाइनल टेस्ट जब असी धर्म राय दे अगे खड़ा होना है, गुरु महाराज दे अगे खड़ा होना है, तो फिर हिसाब लेखा जोखा देना है। उस वेले फिर सानू भी क्लास ना रिपीट करनी पै जाए, इस करके थोड़ी बहुत तैयारी इसकी भी करिए। तो इस सैशन सानू लाहा देंदे ने, इस सैशन सानू सेहत देंदे ने, इस सैशन सानू झचोड़दे भी ने, इंस्पायर भी करते हैं, हर तरीके दे नाल सानू गुरु नाल जुड़न की जाच सिखाते हैं, ताकि साडा जिहड़ा जीवन है सफल हो सके। असी फाइनल टेस्ट की तरफ वधते हुए असी फाइनल टेस्ट च पास हो सके। बहुता समा आप जी का मैं लिया है, हजे भी संगत घट है, लेकिन मैं चाहना सैशन स्टार्ट करिए। वीर जी मैं लाइव कर रहा जी। वीर जी वाहिगुरू जी का खालसा
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਵੀਰ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਪ ਜੀ ਨੇ ਫਿਰ ਸਮੇਂ ਬਖਸ਼ਿਆ। ਜੀ ਸੰਗਤ ਨੇ ਮੈਨੂੰ ਬਹੁਤ ਫੋਨ ਕੀਤੇ ਵੀਰ ਜੀ ਪਿਛਲੇ ਸੈਸ਼ਨ ਤੋਂ ਬਾਅਦ। ਸੰਗਤ ਨੇ ਕਿਹਾ ਨਹੀਂ ਬਹੁਤ ਅੱਛਾ ਸੈਸ਼ਨ ਸੀਗਾ, ਉਹਨੂੰ ਆਪ ਜੀ ਦੁਬਾਰਾ ਕਰੋ। ਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਤੇ ਅੱਜ ਦਾ ਇਹ ਸੈਸ਼ਨ ਦਾ ਪਹਿਲਾ ਸਵਾਲ जो कि बड़ा सिंपल है, लेकिन बहुत सारे लोग इस सवाल ਨੂੰ ਪੁੱਛਦੇ ਨੇ, ਸਿੱਖ ਕਿਸ ਦੀ ਪੂਜਾ ਕਰਦੇ ਨੇ तो क्यों पूजते ਨੇ? whom does a Sikh worship and why? ਇਹ ਸਵਾਲ ਸੰਗਤ ਦੀ ਤਰਫੋਂ ਆਇਆ ਸੀ ਜੀ। ਇਸ ਨੂੰ ਆਪਾਂ ਲਈਏ ਜੀ। ਸਭ ਤੋਂ ਪਹਿਲਾ ਸਵਾਲ ਜੀ ਵੀਰ ਜੀ, ਪੂਜਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, उस पूजा का अर्थ कोई रिचुअल नहीं है, कोई रस्म निभाना नहीं है। सगों जो पूजा शब्द गुरु ग्रंथ साहिब जी दे विच वरत्या गया है, उस पूजा का अर्थ गुरु नानक साहिब जी ने आप अपनी बाणी दे विच गोचरी राग विच सानू बख्शिया है। गुरबाणी का एक बड़ा पावन शब्द आप जी पढ़ते हो, तेरा नाम करी चरणाठिया जे मन उरसा होए। इस शब्द विच जिवें असीं अगे इस शब्द को विचारांगे, एक पंक्ति आवेगी, पूजा कीचै नाम ते आईए नाम है पूजना होए। गुरु ग्रंथ साहिब जी दे विच सारियां रस्मां दी सब तो श्रेष्ठ रस्म, सारे कर्मां दे विच सब तो श्रेष्ठ कर्म, सारे आचारां विच सब तो उच्चा आचार केवल नाम सिमरन, नाम जपना किया गया है। इस करके आप जी ने जो पहला सवाल पूछा है, उदा सब तो पहले क्वेश्चन ही सानू विचारना पवेगा कि वर्शिपिंग डजंट मीन्स टू प्रैक्टिस सम सर्टन रिचुअल्स। कि पूजा करने का तात्पर्य ये नहीं कि असी कोई शख्सी तौर पे या कोई अपने सामने कोई आकार मिथ के असी पूजा करिए। पूजा का अर्थ है कि असी नाम सिमरना है, असी भगती करनी है, असी नाम जपना है। हुण सवाल है कि पूजा किस दी होंदी है ते क्यों होंदी है। ਇਹਦਾ उत्तर सानू अपने पुरातन बोलियां विच मिलेगा, पूजा अकाल की। सिख ने केवल एक अकाल पुरख की पूजा करनी है, लेकिन उस पूजा का फिर तात्पर्य यही होगा कि सिख अकाल पुरख की बंदगी करेगा, सिख अकाल पुरख को याद करेगा, सिख अकाल पुरख का नाम सिमरेगा, नाम ध्याएगा, नाम जपेगा। क्यों उस अकाल पुरख की पूजा करनी है, उसका नाम क्यों जपना है? यदा गुरु ग्रंथ साहिब बड़ा सोहना कारण दसिया गया है। सतगुरु आखदे कहंदे वो अकाल पुरख जिहड़ा सदा चिर रहण वाला है, ना वो मरै ना होवे सोग, देंदा रहे ना चुकै भोग, गुण एहो होर नाही कोय, ना को हुआ ना को होए। अकाल पुरख अविनाशी है, अकाल पुरख मरदा नहीं, अकाल पुरख सदा स्थिर रहने वाला है। इस करके उस सदा स्थिर रहने वाले अकाल पुरख नूं ध्याना, उहदा नाम जपना, उहदे नाम नूं चित्त विच वसाउणा, इस कार्य नूं, इस कर्म नूं गुरबाणी ने पूजा किया है। अकाल पुरख का नाम जपना ही। गुरु गोबिंद सिंह जी का बड़ा प्यारा बोल, जागत जोत जपै निस बासुर एक बिना मन नैक न आने। वो जगदी हुई जोत जी सारे ब्रह्मंड दे विच, सारे यूनीवर्स दे विच ओमनी प्रेजेंट है, ओमनीपोटेंट है। उस जगदी हुई जोत, उस अकाल पुरख नूं ध्याना, उस निराकार दे नाल जुड़ना, उन्होंने अपने चित्त विच वसाउणा, उहदे गुणां राहीं, उहदियां क्वालिटीज़ राहीं, उहदे वर्च्यूज़ राहीं। यही गुरु ग्रंथ साहिब जी दे विच पूजा दसी गई है। हुण इहनूं सिमरना क्यों है, क्यों ये पूजा करनी है? क्योंकि गुरु ग्रंथ साहिब जी का पावन वचन है कि जो जिस रूप दे विच अपने इष्ट नूं याद करता है, वो वैसा ही बन जाता है। असीं उस गुणी निधान परमात्मा नूं गुणां दा सागर जान के
ਉਹਦੇ ਗੁਣਾਂ ਨੂੰ ਚੇਤੇ ਕਰਾਂਗੇ, ਉਹਦੇ ਗੁਣਾਂ ਨੂੰ ਜੀਵਨ ਵਿੱਚ ਯਾਦ ਰੱਖਾਂਗੇ ਔਰ ਆਪਣੇ ਜੀਵਨ ਵਿੱਚ ਉਹਨਾਂ ਗੁਣਾਂ ਨੂੰ ਕਮਾਵਾਂਗੇ ਤੇ ਸਾਡਾ ਸੁਭਾਅ ਸਹਿਜੇ ਸਹਿਜੇ ਆਪਣੇ ਉਸ ਇਸ਼ਟ ਵਰਗਾ ਹੋਵੇਗਾ। ਇਹਦੇ ਵਿੱਚ ਸਾਡੀ ਸਹਾਇਤਾ ਕੌਣ ਕਰਦਾ ਹੈ? ਦੋ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹਨ। ਪਹਿਲਾ ਜ਼ਿਕਰ ਹੈ ਪੂਰਨ ਸਤਿਗੁਰੂ ਤੇ ਦੂਸਰਾ ਜ਼ਿਕਰ ਹੈ ਪੂਰਨ ਸਤਿਗੁਰੂ ਦੀ ਸਾਧ ਸੰਗਤ, ਜਿਹਨੂੰ ਅਸੀਂ ਗੁਰਮੁਖਾਂ ਦੀ ਸੰਗਤ ਵੀ ਆਖਦੇ ਹਾਂ। ਪੂਰਨ ਸਤਿਗੁਰੂ ਸਾਨੂੰ ਰਸਤਾ ਦਿਖਾਏਗਾ। ਪੂਰਨ ਸਤਿਗੁਰੂ ਸਾਡੀ ਬਾਹ ਪਕੜ ਕੇ, ਜਿਵੇਂ ਇੱਕ ਮਾਂ ਇੱਕ ਪਿਤਾ ਆਪਣੇ ਬੱਚੇ ਦੀ ਉਂਗਲ ਪਕੜ ਕੇ ਉਹਨੂੰ ਤੁਰਨਾ ਸਿਖਾਉਂਦੇ ਹਨ, ਇਸੇ ਤਰ੍ਹਾਂ ਪੂਰਾ ਸਤਿਗੁਰੂ ਸਾਨੂੰ ਅਕਾਲ ਪੁਰਖ ਦੇ ਮਾਰਗ ਦੇ ਉੱਤੇ ਤੁਰਨ ਦੀ ਜਾਚ ਸਿਖਾਏਗਾ। ਫਿਰ ਅਸਾਂ ਨੇ ਇਹਦੇ ਨਾਲ ਹੀ ਗੁਰੂ ਕੀ ਸਾਧ ਸੰਗਤ ਵਿੱਚ ਆਉਣਾ ਹੈ, ਸੰਗਤ ਕਰਨੀ ਹੈ ਤੇ ਸੰਗਤ ਦੇ ਵਿੱਚੋਂ ਵੀ ਅਸਾਂ ਨੇ ਉਸ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ ਔਰ ਉਸ ਪਰਮਾਤਮਾ ਨੂੰ ਸਦਾ ਚੇਤੇ ਰੱਖਣਾ ਹੈ, ਭਾਵ ਉਹਨੂੰ ਸਦਾ ਯਾਦ ਕਰਨਾ ਹੈ, ਉਹਦੇ ਗੁਣਾਂ ਨੂੰ ਸਦਾ ਯਾਦ ਕਰਨਾ ਹੈ, ਉਹਦੀ ਵਡਿਆਈ ਨੂੰ, ਉਹਦੀ ਸਿਫਤ ਸਲਾਹ ਨੂੰ ਸਦਾ ਯਾਦ ਰੱਖਣਾ ਹੈ। ਇਹਦੇ ਕੁਝ ਫਾਇਦੇ ਵੀ ਹਨ। ਜਿਉਂ-ਜਿਉਂ ਅਸੀਂ ਰੱਬ ਦੀ ਸਿਫਤ ਸਲਾਹ, ਉਹਦੇ ਗੁਣਾਂ, ਉਹਦੀਆਂ ਵਡਿਆਈਆਂ ਨਾਲ ਜੁੜਾਂਗੇ, ਸਾਨੂੰ ਲੋਕਾਂ ਦੇ ਜਿਹੜੇ ਅਵਗੁਣ ਹਨ ਉਹਨਾਂ ਵਿੱਚ ਰੁਚੀ ਸਾਡੀ ਘਟ ਜਾਵੇਗੀ। ਕਿਉਂਕਿ ਜਦੋਂ ਅਸੀਂ ਕਿਸੇ ਦੇ ਅਵਗੁਣਾਂ ਦੇ ਵੱਲ ਰੁਚੀ ਲੈ ਕੇ ਜਾਂਦੇ ਹਾਂ, ਕਿਸੇ ਦੇ ਅਵਗੁਣਾਂ ਦੇ ਵੱਲ ਝਾਤ ਮਾਰਦੇ ਹਾਂ ਤੇ ਉਹਨਾਂ ਅਵਗੁਣਾਂ ਨੂੰ ਜਾਣਨ ਤੋਂ ਬਾਅਦ ਅੰਦਰ ਇੱਕ ਜਜ਼ਬਾ ਜਾਗਰਤ ਹੁੰਦਾ ਵੀ ਅਵਗੁਣ ਮੈਂ ਕਿਸੇ ਨੂੰ ਦੱਸ ਦੇਵਾਂ। ਪਰੰਤੂ ਗੁਰੂ ਸਾਹਿਬ ਆਖਦੇ, ਕਹਿੰਦੇ ਜਿਸ ਵੇਲੇ ਕੋਈ ਉਸਤਤ ਕਰੇਗਾ, ਨਾਮ ਜਪੇਗਾ, ਉਸ ਇੱਕ ਅਕਾਲ ਪੁਰਖ ਦੀ ਬੰਦਗੀ ਕਰੇਗਾ, ਭਗਤੀ ਕਰੇਗਾ, ਉਹਦਾ ਕਿਸੇ ਦੇ ਔਗੁਣਾਂ ਦੇ ਵੱਲ ਧਿਆਨ ਨਹੀਂ ਜਾਏਗਾ। ਔਗੁਣਾਂ ਵੱਲ ਅਗਰ ਧਿਆਨ ਜਾਏਗਾ ਵੀ ਤੇ ਉਹ ਦੇਖ ਕੇ ਅੰਡਿਤ ਕਰੇਗਾ, ਬਲਕਿ ਅਰਦਾਸ ਕਰੇਗਾ ਕਿ ਹੇ ਅਕਾਲ ਪੁਰਖ ਉਹਦੇ ਅਵਗੁਣਾਂ ਨੂੰ ਕਿਰਪਾ ਕਰਕੇ ਦੂਰ ਕਰ ਤੇ ਉਹਨੂੰ ਵੀ ਗੁਣਾਂ ਦੀ ਦਾਤ ਬਖਸ਼ਿਸ਼ ਕਰ। ਸਿੱਖ ਨੇ ਪੂਜਾ ਕਰਨੀ ਹੈ ਇੱਕ ਅਕਾਲ ਪੁਰਖ ਦੀ, ਇਸ ਕਰਕੇ ਕਰਨੀ ਹੈ ਕਿ ਅਕਾਲ ਪੁਰਖ ਦੀ ਪੂਜਾ ਕਰਕੇ, ਅਰਥਾਤ ਉਹਨੂੰ ਜਪ ਕੇ, ਉਹਦੇ ਗੁਣਾਂ ਨੂੰ ਵਿਚਾਰ ਕੇ, ਉਹਦੇ ਗੁਣਾਂ ਨੂੰ ਕਮਾ ਕੇ ਸਿੱਖ ਅਕਾਲ ਪੁਰਖ ਵਰਗਾ ਹੀ ਹੋ ਜਾਵੇ। ਥੈਂਕ ਯੂ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਆਪ ਜੀ ਨੇ ਇਸ ਚੀਜ਼ ਨੂੰ ਸਮਝਾਇਆ ਹੈ। ਗੁਰਬਾਣੀ ਵੀ ਕਹਿੰਦੀ ਹੈ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਤੇ ਗੁਰੂ ਨੇ ਸਾਨੂੰ ਨਾਮ ਦੇ ਲੜ ਹੀ ਲਾਇਆ ਤੇ ਉਸੀ ਦੀ ਪੂਜਾ, ਉਸੀ ਪਰਚੇ ਨੂੰ ਸਿੱਖ ਜਿਹੜਾ ਹੈ ਵਰਤਦਾ ਹੈ। ਵੀਰ ਜੀ, ਮੇਰਾ ਦੂਜਾ ਸਵਾਲ ਅੱਜ ਦਾ ਜੋ ਆਇਆ ਹੈ ਉਹ ਹੈ, ਜਦ ਔਖਾ ਵੇਲਾ ਆਉਂਦਾ ਹੈ ਤੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ? What should a Sikh do when faced with difficult times? ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਜਦ ਥੋੜਾ ਜਿਹਾ ਔਖਾ ਵੇਲਾ ਆਉਂਦਾ ਹੈ ਤੇ ਸਾਡੇ ਆਸ-ਪਾਸ ਬਹੁਤ ਸਾਰੇ ਲੋਕ ਸਾਨੂੰ ਬਹੁਤ ਸਾਰੇ ਰਸਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਫਲਾਣੇ ਕੋਲ ਜਾਣਾ ਚਾਹੀਦਾ ਹੈ, ਇੱਧਰ ਜਾਣਾ ਚਾਹੀਦਾ ਹੈ, ਉੱਧਰ ਜਾਣਾ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ, ਉਹ ਕਰਨਾ ਚਾਹੀਦਾ ਹੈ। ਲੇਕਿਨ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ, ਇਸ ਦੇ ਉੱਤੇ ਥੋੜੀ ਰੋਸ਼ਨੀ ਪਾਈ ਜਾਏ। What should a Sikh do when faced with a difficult time? ਔਖੀ ਘੜੀ ਦੇ ਵਿੱਚ, ਔਖੇ ਸਮਿਆਂ ਦੇ ਵਿੱਚ ਸਿੱਖ ਨੂੰ ਕੀ ਕਰਨਾ ਚਾਹੀਦਾ ਜੀ? ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜੇ ਵਿਚਾਰੀਏ ਤੇ ਇਸ ਪ੍ਰਸ਼ਨ ਦਾ ਉੱਤਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਤੁਹਾਨੂੰ ਬਖਸ਼ਿਆ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਾਕ ਹੈ ਕਿ ਐਸਾ ਸਮਾਂ ਜੀਵਨ ਵਿੱਚ ਬਣ ਜਾਵੇ ਜਿਸ ਵੇਲੇ ਨਾ ਕੋਈ ਦੋਸਤ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਸਾਥੀ, ਇੱਥੋਂ ਤੱਕ ਕਈ ਵਾਰ ਆਖਦੇ ਹਨ ਕਿ ਆਪਣਾ ਪਰਛਾਵਾਂ ਵੀ ਹਨੇਰੇ ਵਿੱਚ ਸਾਥ ਛੱਡ ਗਿਆ। ਉਸ ਵੇਲੇ ਸਿੱਖ ਕੀ ਕਰੇ? ਬਾਣੀ ਨੇ ਬੜੇ ਸੋਹਣੇ ਲਫ਼ਜ਼ ਸ਼ਬਦਾਂ ਵਿੱਚ ਇਹ ਪ੍ਰਸ਼ਨ ਦਾ ਉੱਤਰ ਦਿੱਤਾ, ਜਾਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਐਸੀ ਮੁਸ਼ਕਲ, ਐਸੀ ਵਿਪਤਾ, ਐਸਾ ਔਖਾ ਸਮਾਂ ਆ ਗਿਆ ਕਿ ਕੋਈ ਵੀ ਜਿਹਦੇ ਉੱਤੇ ਔਖਾ ਸਮਾਂ ਆਇਆ ਹੈ ਉਹਦਾ ਸਹਾਰਾ ਨਹੀਂ ਬਣ ਰਿਹਾ, ਉਹਨੂੰ ਢੋਏ ਨਹੀਂ ਦੇ ਰਿਹਾ। ਬਲਕਿ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਦੁਸ਼ਮਣ ਪਿੱਛੇ ਪੈ ਗਏ, ਵੈਰੀ ਪਿੱਛੇ ਪੈ ਗਏ ਤੇ ਵੈਰੀਆਂ ਦੇ ਪਿੱਛੇ ਪੈਣ ਕਰਕੇ ਜਿਹੜੇ ਸਾਕ ਸੰਬੰਧੀ ਸਨ ਉਹ ਵੀ ਸਾਥ ਛੱਡ ਗਏ। ਜਿਤਨੇ ਲੋਕਾਂ ਦਾ ਸਹਾਰਾ ਮਿਥਿਆ ਹੋਇਆ ਸੀ, ਸਭੋ ਭੱਜਿਆ ਆਸਰਾ,
चुके सब असराओ, सारे आसरे भज गए, जितने भी आसरे सन उन्हां सारियां ने साथ छड़ दिता। गुरु ग्रंथ साहिब जी ने पावन बोल, चित आवे उस पार ब्रह्म, लगे ना तत्ती वाव। जे उस परमात्मा दे अगे कोई सच्चे मन दे नाल अरदास करे, हे वाहिगुरु, हे सतगुरु किरपा कर, ये औखा समा भी तेरे हुक्म विच आया है, ते किरपा कर मैनू इस औखे समय चों बाहर कढ दे, किरपा करके इस औखे समय नूं दूर कर दे। अकाल पुरख अरदास जरूर सुनदा है, वो जरूर सच्चे मन नाल कीती हुई अरदास नूं प्रवान करता है। ਇਹਦੇ ਲਈ मैं तुहाडे नाल एक बड़ा भावपूरत प्रसंग साझा करना चाहुंदा हां। मैं पिछले सैशन विच भी बेनती कीती सी कि भावना ज्ञान तो हमेशा उपर हुंदी है। जे भाव है ना ते अनहोनियां गल्लां भी होनियां हो जाणगीਆਂ। भाव असंभव भी संभव विच परिवर्तित हो जाता है। गुरु दी अकाल पुरख की डिक्शनरी दे विच इंपॉसिबल वर्ड बिल्कुल भी नहीं, कोई ऐसी चीज नहीं जिहड़ी पूर्ण सतगुरु या अकाल पुरख दे लई मुश्किल होवे। असीं अरदास विच वैसे ते ये मंग रोज मंगदे हां, जहां जहां खालसा जी साहिब तहां तहां रछिया रियायत। ये जो रछिया रियायत शब्द पंथ ने जोड़े हैं, ये रछिया शब्द ही अकाल पुरख दे अगे अरदास है। हे परमात्मा, हे वाहिगुरु, किरपा करी मेरे जीवन में कभी कोई भीड़ का समा बन जाए, औखा समा बन जाए, तू आप कोई ना कोई विध बना के उस औखे समय नो तू आप मुढ़ तो खत्म करना है, तू मैनू उस औखे समय चों बाहर कढ़ देना है। असीं खुशवकत सिंह एक लिखारी होया है पुरातन, ओदी पुस्तक है तारीखे सिखां। इस पुस्तक दे विच उन्हें एक घटना का जिक्र किया कि न्याज बेग नाम का एक पिंड सी। न्याज बेग, किसी ने पढ़नी होवे ये घटना वो पुस्तक विच पढ़ सकता है। इस पिंड दे विच यो समा है जिस वेले सिखां दा खुरा खोज मिटाउण दे लई हुकूमतां ने, जालमां ने ते बहुत यतन किया उन्हां दा खुरा खोज मिटाउण वास्ते। एड़ी चोटी का उन्होंने जोर लाया होया है भी सिख कौम नूं मिटा देना है। इस समय न्याज बेग पिंड दे विच सिखां नूं, बच्चियां नूं, माइयां नूं, बीबियां नूं, बजुर्गां नूं सारियां नूं खत्म कर दिता गया, क्योंकि सिखी का खुरा खोज, सिखां दा खुरा खोज मिटाना चाहते सी। इस कतले आम दे विच केवल एक विधवा माई वो जीवत बच गई। जिस वेले उन्होंने थोड़ा जा पता लग्या कि भाई हमलावर चले गए, खलोती अपने आले दुआले का उन्हें नजारा वेख्या, वो दृश्य वेख्या ते अखां विच अथरू आ गए। हाँ देखो, अपन अखां दे सामने अपने साख संबंधी, अपने नगरवासी, अपने रिश्तेदारां नूं मृत उन्हें जिस वेले तकिया, उन्हें वेख्या ते ये मंजर कितना भयानक होवेगा। इस तो पहला कि वह माई संभले और संभल के उस पिंड का त्याग करके किसी होर सुरक्षित थां ते पहुंचे, वो जिहड़े हमलावर सन उन्होंने किसी ने सूह दे दी ते सारियां नूं तुसीं मार दिता, केवल एक माई उत्थे बच गई, उन्हों मार दिओ नहीं ते वो जाके फिर अगे जाएगी, अगे खबरां देवेगी ते तुसीं भी जिहड़ा संकल्प करके आए सो भी सारे सिखां नूं मारना है, अधूरा रह जाएगा जो एक बच गई। ये माई बेचारी बाहर निकलण वाली सी ते घोड़े दीयां टापां दी आवाज सुनाई दी। इहनूं पता लग गया कि वो जिहड़े हमलावर सन, सिपाही सन, जिन्हां ने इत्थे कतलो गारत की, कतलेआम मचाई, वापस आ गए। इन्हें उसे वेले अपने घर दे विच जाके दोवें हथ जोड़े, अरदास की ताकत की है ते हथ जोड़ के ये अंदरों कुरलाई ते कुरला के जिहड़े इहने शब्द बोले, वो शब्द बड़े भावपूर्ण सत। हे कलगी वालिया, कि सचमुच तू चलिया गया है,
ਅਸੀਂ ਤੇ ਇਹ ਸੁਣਿਆ ਸੀ ਕਿ ਜਿੱਥੇ ਵੀ ਤੈਨੂੰ ਯਾਦ ਕਰੀਏ ਤੂੰ ਉੱਥੇ ਹੀ ਆ ਕੇ ਸਹਾਈ ਹੁੰਦਾ ਹੈ, ਤੇ ਅੱਜ ਤੂੰ ਇੱਥੇ ਕਿਉਂ ਨਹੀਂ ਆ ਰਿਹਾ? ਅੱਜ ਤੂੰ ਮੇਰੀ ਜਾਨ ਕਿਉਂ ਨਹੀਂ ਬਚਾ ਰਿਹਾ? ਮੇਰਾ ਪਤੀ ਮਾਰਿਆ ਗਿਆ, ਮੇਰੇ ਬੱਚੇ ਮਾਰੇ ਗਏ, ਸਾਰਾ ਪਿੰਡ ਮੇਰੀਆਂ ਅੱਖਾਂ ਦੇ ਸਾਹਮਣੇ ਨਾਸ ਹੋ ਗਿਆ, ਤੇ ਜੇ ਕਲਗੀ ਵਾਲਿਆ ਇਸ ਔਖੇ ਸਮੇਂ ਵਿੱਚ ਤੂੰ ਸਾਨੂੰ ਛੱਡ ਕੇ ਜਾਣਾ ਸੀ ਤਾਂ ਸਾਨੂੰ ਸਿੱਖ ਬਣਾ ਕੇ ਕਿਉਂ ਖਰਾਬ ਕੀਤਾ? ਇਹੀ ਬੋਲ ਉਸ ਪੁਸਤਕ ਵਿੱਚ ਲਿਖੇ ਹੋਏ ਹਨ। ਕਹਿੰਦੇ ਉਸ ਸਮੇਂ ਨੀਲੇ ਘੋੜੇ ਤੇ ਸਵਾਰ, ਨੀਲੇ ਰੰਗ ਦਾ ਬਾਣਾ ਪਾ ਕੇ ਇੱਕ ਸੂਰਬੀਰ ਉੱਥੇ ਪ੍ਰਗਟ ਹੋਇਆ। ਗੱਲ ਫਿਰ ਭਾਵਨਾ ਨਾਲ ਸਮਝੋ। ਇੱਕ ਸੂਰਬੀਰ ਉੱਥੇ ਪ੍ਰਗਟ ਹੋਇਆ, ਮਾਈ ਨੂੰ ਕਹਿਣ ਲੱਗਾ, ਮਾਈ ਦੱਸ ਤੈਨੂੰ ਕੀ ਚਾਹੀਦਾ ਹੈ? ਮਾਈ ਕਹਿਣ ਲੱਗੀ, ਮੈਨੂੰ ਕਲਗੀਆਂ ਵਾਲੇ ਤੋਂ ਸਿਵਾ ਇਸ ਵੇਲੇ ਹੋਰ ਕੋਈ ਵੀ ਨਹੀਂ ਚਾਹੀਦਾ। ਇੱਕ ਘੜੀ ਦੇ ਅੰਦਰ ਅੰਦਰ ਇਧਰੋਂ ਉਹ ਸਿਪਾਹੀ ਹਮਲਾ ਕਰਨ ਵਾਸਤੇ ਆਏ। ਮਾਈ ਇੱਕ ਕੋਨੇ ਵਿੱਚ ਬੈਠੀ ਹੈ ਤੇ ਉਹ ਨੀਲੇ ਬਾਣੇ ਵਾਲੇ ਨੇ ਇੱਕ ਘੜੀ ਦੇ ਵਿੱਚ ਵੇਖਦਿਆਂ ਵੇਖਦਿਆਂ ਜਿਤਨੇ ਸਿਪਾਹੀ ਸਨ ਸਾਰਿਆਂ ਨੂੰ ਪਾਰ ਬੁਲਾ ਦਿੱਤਾ। ਕਹਿੰਦੇ ਜਿਸ ਵੇਲੇ ਇਹ ਸਾਰਾ ਸਾਕਾ ਮਾਈ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੇਖਿਆ, ਉਹਦੇ ਮੂੰਹ ਚੋਂ ਕੇਵਲ ਇੱਕ ਬਚਨ ਨਿਕਲਿਆ, ਕਲਗੀ ਵਾਲਿਆ ਸੱਚਮੁੱਚ ਤੈਨੂੰ ਜਿੱਥੇ ਚੇਤੇ ਕਰੀਏ, ਜਿੱਥੇ ਤੇਰੇ ਅੱਗੇ ਅਰਦਾਸ ਕਰੀਏ ਤੇ ਉੱਥੇ ਆ ਕੇ ਸਹਾਈ ਹੁੰਦਾ। ਤੇ ਇਤਿਹਾਸਕਾਰਾਂ ਨੇ ਲਿਖਿਆ, ਕਹਿੰਦੇ ਉਸ ਮਾਈ ਨੂੰ ਦ੍ਰਿੜ ਵਿਸ਼ਵਾਸ ਸੀ ਕਿ ਉਹ ਨੀਲੇ ਬਾਣੇ ਵਾਲਾ ਕੋਈ ਹੋਰ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਸਨ। ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਸਨ ਜਿਨ੍ਹਾਂ ਨੇ ਉਸ ਮਾਈ ਦੀ ਅਰਦਾਸ ਸੁਣ ਕੇ ਉਹਦੀ ਰੱਖਿਆ ਕੀਤੀ। ਮੈਂ ਫਿਰ ਬੇਨਤੀ ਕਰਾਂ, ਕਈ ਤਰਕਵਾਦੀ ਇੱਥੇ ਸਵਾਲ ਪਾਉਣਗੇ ਜ਼ਰੂਰ, ਇਹ ਸਤਿਗੁਰੂ ਪਹਿਲੇ ਨਹੀਂ ਆਏ ਜੀ, ਬਾਅਦ ਵਿੱਚ ਆਏ, ਇਹ ਹੋਏ ਨਹੀਂ। ਸਿੱਖੀ ਤਰਕ ਦੇ ਉੱਤੇ ਨਹੀਂ ਖਲੋਤੀ, ਸਿੱਖੀ ਜਜ਼ਬੇ ਤੇ, ਸਿੱਖੀ ਭਾਵਨਾ ਤੇ ਖਲੋਤੀ ਹੈ। ਸਿੱਖੀ ਇਸ ਜਜ਼ਬੇ ਦਾ ਨਾਮ ਹੈ, ਜਿੱਥੇ ਹਰ ਆਰੰਦੀ ਹੈ ਤਿੱਥੇ ਹਰ ਮਿੱਤ ਸਹਾਈ। ਸਿੱਖੀ ਇਸ ਜਜ਼ਬੇ ਦਾ ਨਾਮ ਜੇ। ਸਿੱਖ ਜਦੋਂ ਵੀ ਔਖੇ ਸਮੇਂ ਵਿੱਚ, ਡਿਫਿਕਲਟ ਸਮੇਂ ਵਿੱਚ ਪਵੇ, ਔਖੇ ਸਮੇਂ ਵਿੱਚ ਪਵੇ, ਸਿੱਖ ਦੇ ਕੋਲ ਕੇਵਲ ਇੱਕ ਤਾਕਤ ਜੇ, ਉਹ ਹੈ ਅਰਦਾਸ ਦੀ ਤਾਕਤ। ਤੁਸੀਂ ਐਲਜਬਰਾ ਵਿੱਚ ਫਾਰਮੂਲੇ ਪੜ੍ਹਦੇ ਹੋ ਨਾ, a² + b² ਦਾ ਇਕੁਏਸ਼ਨ ਦੱਸਦੇ ਹਨ। ਮੈਂ ਸਿੱਖੀ ਦਾ ਇੱਕ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ, ਅਰਦਾਸ ਪਲੱਸ ਵਿਸ਼ਵਾਸ, ਜਿਵੇਂ a + b ਜੋ ਆਨਸਰ ਆਉਂਦਾ ਹੈ a² + b², ਇਹਦਾ ਰਿਜ਼ਲਟ ਕੀ ਹੈ? ਇਸੇ ਤਰ੍ਹਾਂ ਸਿੱਖੀ ਦੀ ਇਕੁਏਸ਼ਨ ਆਪਣੇ ਹਿਰਦੇ ਵਿੱਚ ਸਦਾ ਵਸਾਇਓ, ਅਰਦਾਸ ਪਲੱਸ ਵਿਸ਼ਵਾਸ = ਕਾਰਜ ਰਾਸ। ਇਕੁਏਸ਼ਨ ਸਦਾ ਆਪਣੇ ਜੀਵਨ ਵਿੱਚ ਵਸਾ ਕੇ ਰੱਖਣਾ ਸਿੱਖ ਹਰ ਸਮੇਂ ਅਰਦਾਸ ਕਰਦਾ ਹੈ। ਬਲਕਿ ਮੈਂ ਤੇ ਕਈ ਵਾਰ ਸੋਚਦਾ ਹਾਂ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਨਾ ਇੱਕ ਬੜਾ ਸੋਹਣਾ ਜਜ਼ਬਾ ਸਿੱਖ ਦੇ ਅੰਦਰ ਜਗਾਇਆ। ਅੱਜ ਦੇਖੋ, ਅਸੀਂ ਸੋਸ਼ਲ ਮੀਡੀਆ ਦੇ ਵਿੱਚ ਕਈ ਵਾਰ, ਫੇਸਬੁੱਕ ਤੁਸੀਂ ਯੂਜ਼ ਕਰੋ, ਉਹਦੇ ਵਿੱਚ ਇੱਕ ਆਪਸ਼ਨ ਹੈ ਫਰੈਂਡਸ ਆਫ ਫਰੈਂਡਸ, ਵੀ ਦੋਸਤਾਂ ਦੇ ਦੋਸਤ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ, ਕਹਿੰਦੇ ਤੂੰ ਆਪਣੇ ਦੋਸਤਾਂ ਨੂੰ ਵੇਖ ਕੇ ਕਈ ਨਵੇਂ ਦੋਸਤ ਬਣਾਉਂਦਾ ਹੋਏਗਾ, ਦੋਸਤਾਂ ਦੇ ਦੋਸਤ ਬਣਾਉਂਦਾ ਹੋਏਗਾ। ਜੇ ਤੂੰ ਮੈਨੂੰ ਆਪਣਾ ਦੋਸਤ ਸਮਝਦਾ ਹੈ, ਗੁਰੂ ਨੂੰ ਜੇ ਅਸੀਂ ਆਪਣਾ ਦੋਸਤ ਸਮਝਦੇ ਹਾਂ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਜੇ ਤੂੰ ਮੈਨੂੰ ਆਪਣਾ ਦੋਸਤ ਸਮਝਦਾ ਹੈ, ਆ ਮੈਂ ਤੈਨੂੰ ਆਪਣੇ ਇੱਕ ਦੋਸਤ ਦੇ ਨਾਲ ਮਿਲਾਵਾਂ, ਇੰਟਰੋਡਿਊਸ ਕਰਾਵਾਂ। ਉਹ ਦੋਸਤ ਪਤਾ ਕੈਸਾ ਹੈ? ਤੂੰ ਸੰਸਾਰ ਵਿੱਚ ਦੋਸਤ ਬਣਾਉਂਦਾ ਹੈ। ਦੇਖੋ, ਕਿਸੇ ਨੇ ਧਨਵਾਨ ਦੇ ਨਾਲ ਦੋਸਤੀ ਕੀਤੀ, ਕਿਸੇ ਨੇ ਕਿਸੇ ਸਿਆਣੇ ਨਾਲ ਦੋਸਤੀ ਕੀਤੀ, ਕਿਸੇ ਨੇ ਰਸੂਖਦਾਰ ਬੰਦੇ ਨਾਲ ਦੋਸਤੀ ਕੀਤੀ, ਕਿਸੇ ਹੀ ਧੜਾਕੀਆ, ਗੁਰੂ ਸਾਹਿਬ ਜੀ ਦਾ ਸ਼ਬਦ ਹੈ, ਮੈਂ ਨਾ ਲਵਾਂ ਇਸ ਸਮੇਂ। ਵੱਖ-ਵੱਖ ਧੜੇ ਸੰਸਾਰ ਵਿੱਚ ਲੋਕਾਂ ਨੇ ਬਣਾਏ, ਇਸ ਕਰਕੇ ਕਿ ਬਈ ਹਰ ਬੰਦੇ ਕੋਲ ਕੋਈ ਨਾ ਕੋਈ ਗੁਣ ਹੈ ਤੇ ਕਿਸੇ ਨਾ ਕਿਸੇ ਔਖੇ ਸਮੇਂ ਉਹ ਸਾਡੀ ਆਪਣੇ ਗੁਣ ਦੇ ਨਾਲ ਮਦਦ ਕਰੇਗਾ। ਭਾਵ ਅਸੀਂ ਆਪਣੇ ਮਾਈਂਡ ਵਿੱਚ ਰੱਖਦੇ ਹਾਂ ਕਿ ਕੱਲ ਨੂੰ ਮੇਰੀ ਜ਼ਿੰਦਗੀ ਵਿੱਚ ਔਖਾ ਘੜਾ, ਔਖਾ ਵੇਲਾ, ਔਖਾ ਸਮਾਂ ਆਏਗਾ, ਔਖੀ ਘੜੀ ਆਏਗੀ ਤੇ ਫਲਾਣਾ ਬੰਦਾ ਮੇਰੇ ਕੰਮ ਆਏਗਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਸ ਮਿੱਤਰ ਦੇ ਨਾਲ ਮੈਂ ਤੈਨੂੰ ਇੰਟਰੋਡਿਊਸ ਕਰਾ ਰਿਹਾ ਹਾਂ ਨਾ, ਉਹ ਪਤਾ ਹੈ ਕੈਸਾ ਹੈ? ਔਖੀ ਘੜੀ ਨਾ ਦੇਖਣ ਦੇਈ, ਉਹ ਔਖਾ ਸਮਾਂ ਆਉਣ ਹੀ ਨਹੀਂ ਦਿੰਦਾ। ਜੇ ਤੂੰ ਉਸ ਮਿੱਤਰ ਦੇ ਨਾਲ ਮਿੱਤਰਤਾ ਪਾ ਲਵੇਂ, ਜੇ ਤੂੰ ਉਹਦੇ ਨਾਲ ਦੋਸਤੀ ਕਰ ਲਵੇਂ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਤੇ ਸਾਨੂੰ ਕੀ ਕਰਨਾ ਹੈ? ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹਦਾ ਸਿਮਰਨ ਕਰ। ਦੋਵੇਂ ਪ੍ਰਸ਼ਨ ਜੁੜ ਗਏ। ਸਿੱਖ ਨੇ ਕਿਹਦੀ ਵਰਸ਼ਿਪ ਕਰਨੀ ਹੈ, ਕਿਹਨੂੰ ਯਾਦ ਕਰਨਾ ਹੈ? ਵਰਸ਼ਿਪ = ਨਾਮ ਜਪਣਾ।
ਤੇ ਸਿੱਖ ਨੇ ਨਾਮ ਜਪਣਾ ਹੈ ਅਕਾਲ ਪੁਰਖ ਦਾ। ਅਕਾਲ ਪੁਰਖ ਕੈਸਾ ਹੈ? ਔਖੀ ਘੜੀ ਨਾ ਦੇਖਣ ਦੇਈ। ਔਖਾ ਸਮਾਂ ਅਸੀਂ ਸਪੈਕੂਲੇਟ ਕਰਦੇ ਹਾਂ, ਪਰ ਅਕਾਲ ਪੁਰਖ ਉਸ ਔਖੇ ਸਮੇਂ ਨੂੰ ਹਕੀਕਤ ਨਹੀਂ ਬਣਨ ਦੇਵੇਗਾ। ਉਹ ਆਪ ਪਰਮਾਤਮਾ ਸਾਡੇ ਔਰ ਔਖੇ ਸਮੇਂ ਦੇ ਦਰਮਿਆਨ ਆ ਕੇ ਖਲੋ ਜਾਵੇਗਾ, ਔਖੇ ਸਮੇਂ ਨੂੰ ਸਾਡੀ ਤਰਫ ਨਹੀਂ ਆਣ ਦੇਵੇਗਾ। ਇਹਨੂੰ ਸਤਿਗੁਰੂ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਪਰ ਇਹ ਬਖਸ਼ਿਸ਼ ਕਿਹਨਾਂ ਤੇ ਹੋਈ? ਜਿਹੜੇ ਬਾਣੀ ਨਾਲ ਜੁੜੇ, ਜਿਹੜੇ ਬਾਣੀ ਨੂੰ ਪੜ੍ਹ ਕੇ ਬਾਣੀ ਦਾ ਰੂਪ ਬਣ ਗਏ। ਸਿੱਖ ਨੇ ਹਰ ਔਖੇ ਸਮੇਂ ਡਿਫਿਕਲਟ ਟਾਈਮਸ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨੀ ਹੈ, ਉਹਦੇ ਉੱਤੇ ਉਹਦੇ ਵਿਸ਼ਵਾਸ ਰੱਖਣਾ ਹੈ। ਅਰਦਾਸ ਪਲਸ ਆਸ ਵਿਸ਼ਵਾਸ ਇਜ਼ ਇਕੁਅਲ ਟੂ ਕਾਇਆ। ਬਹੁਤ ਸੋਹਣੇ ਤਰੀਕੇ ਨਾਲ ਵੀਰ ਜੀ ਆਪ ਜੀ ਨੇ ਸਮਝਾਇਆ। ਮੇਰਾ ਮਨ ਕਰ ਰਿਹਾ ਗੁਰਬਾਣੀ ਵਿੱਚ ਨਾ ਸੰਗਤ ਨੂੰ ਗੁਰੂ ਸਾਹਿਬ ਆਵਾਜ਼ ਲਗਾਉਂਦੇ ਨੇ, ਉਹ ਬਾਣੀ ਦੀ ਤੁਕ ਮੈਂ ਇੱਥੇ ਪੜਾਂ। ਗੁਰੂ ਸਾਹਿਬ ਕਹਿੰਦੇ ਨੇ ਛੋਟੋ ਕਾਮ ਕ੍ਰੋਧ ਬੁਰਿਆਈ, ਹਉ ਮੈਂ ਧੰਦ ਛੋਡੋ ਲੰਪਟਾਈ। ਸਤਿਗੁਰ ਸਰਣ ਪਰੋ ਤਾਂ ਉਬਰੋ, ਇਹ ਤਰੀਏ ਭੌਜਲ ਭਾਈ ਰੇ। ਆਓ ਸਭ ਛੋੜ ਕੇ ਸਤਿਗੁਰ ਦੀ ਸਰਣ ਭਰੀਏ, ਸਤਿਗੁਰ ਦੇ ਦਿੱਤੇ ਰਸਤੇ ਤੇ ਚੱਲੀਏ ਤੇ ਇਸ ਭੌਜਲ ਨੂੰ ਅਸੀਂ ਤਰ ਸਕਦੇ ਹਾਂ। ਵੀਰ ਜੀ ਬਹੁਤ ਹੀ ਪਿਆਰੇ ਤਰੀਕੇ ਨਾਲ ਆਪ ਜੀ ਨੇ ਜਿਹੜੀ ਗੱਲ ਦੱਸੀ ਹੈ, ਮੇਰੇ ਦਿਲ ਮਤਲਬ ਮੈਨੂੰ ਬਹੁਤ ਦਿਲ ਤੇ ਲੱਗੀ ਹੈ, ਸੰਗਤ ਨੂੰ ਵੀ ਮੈਨੂੰ ਪੂਰੀ ਉਮੀਦ ਹੈ ਸਮਝ ਆਈ ਹੋਏਗੀ ਕਿ ਕਮਾਲ ਦੀ ਗੱਲ ਆਪ ਜੀ ਨੇ ਇਤਿਹਾਸ ਵਿੱਚੋਂ ਕੱਢ ਕੇ ਦੱਸੀ ਹੈ। ਤੀਸਰਾ ਸਵਾਲ ਜੋ ਸੰਗਤ ਦੀ ਤਰਫੋਂ ਆਇਆ ਹੈ, ਉਹ ਇਹ ਕਹਿੰਦੇ ਨੇ ਜੀ ਕਿ ਜਦ ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਘਰ ਦੇ ਹੋਰ ਕੋਈ ਵਿਆਹ ਸ਼ਾਦੀ ਹੋਰ ਖੁਸ਼ੀਆਂ ਮਨਾਉਂਦੇ ਹਾਂ, ਤੇ ਸਿੱਖ ਧਰਮ ਦੇ ਵਿੱਚ ਸ਼ਰਾਬ ਦੀ ਵਰਤੋਂ ਦੀ ਕਿੰਨਾ ਕੁ ਇਜਾਜ਼ਤ ਹੈ? ਮੈਰੀ ਮੇਕਿੰਗ ਔਰ ਐਨੀ ਓਕੇਜ਼ਨ, what is the scope of alcohol in Sikhism? ਸਾਡੇ ਧਰਮ ਦੇ ਵਿੱਚ ਇਹਦੀ ਕਿਤਨੀ ਕੁ ਇਜਾਜ਼ਤ ਹੈ? ਮੈਨੂੰ ਲੱਗਦਾ ਹੈ ਅੱਜ ਇਸ ਸਵਾਲ ਨੂੰ ਪੁੱਛ ਕੇ ਮੈਨੂੰ ਵੀ ਬਹੁਤ ਇੰਪੋਰਟੈਂਟ ਇਹ ਇਸ਼ੂ ਲੱਗਦਾ ਹੈ, ਕਿਉਂਕਿ ਮੈਂ ਆਸ-ਪਾਸ ਜਦ ਵਿਆਹ ਸ਼ਾਦੀਆਂ ਜਾਣਾ ਰਿਸ਼ਤੇਦਾਰਾਂ ਦੀ, ਦੋਸਤਾਂ ਦੀ, ਤੇ देखना अक्सर कि लोगों का कहना यह है कि भाई अरे सरदारों के यहाँ चलो मजा आता है शादी में, ना खाने को भी मिलता है पीने को भी मिलता है। सो कितनी कुछ स्कोप एक्चुअली विच गुरबाणी विच इस चीज दा हैगा? ਵੀਰ ਜੀ ਵੈਸੇ ਤਾਂ ਇਹਦਾ ਇੱਕ ਛੋਟਾ ਜਿਹਾ ਆਨਸਰ ਹੈ, ਜ਼ੀਰੋ ਸਕੋਪ, ਬਿਲਕੁਲ ਜ਼ੀਰੋ। ਗੁਰੂ ਸਾਹਿਬ ਜੀ ਨੇ ਇੱਕ ਤਿਲ ਮਾਤਰ ਵੀ ਸਕੋਪ ਇਸ ਚੀਜ਼ ਦਾ ਸਾਡੇ ਜੀਵਨ ਦੇ ਕਿਸੇ ਵੀ ਮੌਕੇ ਤੇ ਨਹੀਂ ਰੱਖਿਆ, ਕਿਸੇ ਵੀ ਮੌਕੇ ਤੇ। ਹਾਂ, ਸਤਿਗੁਰੂ ਦੀ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੀ ਸ਼ਰਾਬ, ਸੱਚਾ ਨਸ਼ਾ ਕਰਨ ਦਾ ਉਪਦੇਸ਼ ਦਿੱਤਾ। ਪਹਿਲੇ ਮੈਂ ਪੰਕਤੀਆਂ ਆਪ ਨਾਲ ਸਾਂਝੀਆਂ ਕਰ ਦੇਵਾਂ। ਸਤਿਗੁਰੂ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਗੁਰੂ ਸਾਹਿਬ ਜੀ ਨੇ ਸ਼ਰਾਬ ਨੂੰ ਬਿਲਕੁਲ ਮੂਲ ਤੋਂ ਰੱਦ ਕੀਤਾ। ਇਹਦੇ ਵਾਸਤੇ ਮੈਂ ਕੁਝ ਪ੍ਰਮਾਣ ਤੁਹਾਡੇ ਨਾਲ ਇਤਿਹਾਸ ਚੋਂ ਹੀ ਸਾਂਝੇ ਕਰਨਾ ਚਾਹਾਂਗਾ। ਸਭ ਤੋਂ ਪਹਿਲਾ ਪ੍ਰਮਾਣ ਸਾਨੂੰ ਮਿਲਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ। ਜਿਸ ਵੇਲੇ ਸਤਿਗੁਰੂ ਜੀ ਦੌਲਤ ਖਾਂ, ਜੋ ਕਿ ਸੁਲਤਾਨਪੁਰ ਵਿੱਚ ਸਤਿਗੁਰੂ ਮੋਦੀ ਖਾਂ ਨੇ ਕਿਰਤ ਕਰ ਰਹੇ ਸਨ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਜਿਸ ਵੇਲੇ ਮੋਦੀ ਖਾਨੇ ਦਾ ਹਿਸਾਬ ਦਿੱਤਾ, ਤੇ ਹਿਸਾਬ ਹਰ ਵਾਰ ਜਿਤਨੀ ਵਾਰ ਹਿਸਾਬ ਕੀਤਾ ਗਿਆ, ਕਿਸੇ ਨੇ 2 ਵਾਰ ਦਾ ਜ਼ਿਕਰ ਕੀਤਾ, ਕਿਸੇ ਨੇ 3 ਵਾਰ ਦਾ ਜ਼ਿਕਰ ਕੀਤਾ, ਹਰ ਵਾਰ ਹਿਸਾਬ ਪੂਰਾ ਨਿਕਲਿਆ। ਸਗੋਂ ਗੁਰੂ ਨਾਨਕ ਸਾਹਿਬ ਜੀ ਉਸ ਹਿਸਾਬ ਵਿੱਚ ਸਦਾ ਸਤਿਗੁਰੂ ਦੇ ਪੈਸਿਆਂ ਦਾ ਵਾਧਾ ਹੀ ਨਿਕਲਦਾ ਰਿਹਾ, ਕਦੇ ਘਾਟਾ ਨਹੀਂ ਪਿਆ। ਤੇ ਜਿਹੜਾ ਦੌਲਤ ਖਾਨ ਸੀ ਉਹ ਬੜਾ ਪ੍ਰਭਾਵਿਤ ਹੋਇਆ ਇਸ ਗੱਲ ਤੋਂ। ਉਹਦੇ ਮਨ ਦੇ ਵਿੱਚ ਇੱਕ ਵਿਚਾਰ ਆਈ, ਬਈ ਇਹ ਕੋਈ ਰੱਬੀ ਬੰਦਾ ਹੈ। ਸਤਿਗੁਰੂ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਦੇ ਕੋਲੋਂ ਭਵਿੱਖ ਦੇ ਕੁਝ ਬੋਲ ਉਸਨੇ ਜਾਣਨੇ ਚਾਹੇ, ਵੀ ਅੱਗੋਂ ਰਾਜ ਕਿਹਨਾਂ ਦਾ ਹੋਵੇਗਾ, ਕੌਣ ਇਸ ਹਿੰਦੁਸਤਾਨ ਤੇ ਕਾਬਜ਼ ਹੋਣਗੇ। ਸਤਿਗੁਰੂ ਜੀ ਨੇ ਉੱਤਰ ਤੇ ਨਹੀਂ ਦਿੱਤਾ, ਬਲਕਿ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਖੁਦਾ ਦੀ ਬੰਦਗੀ ਦਾ ਉਪਦੇਸ਼ ਦਿੱਤਾ ਸਿਰਫ, ਬਈ ਤੂੰ ਕੇਵਲ ਖੁਦਾ ਦੀ ਬੰਦਗੀ ਕਰਨੀ ਹੈ, ਬਾਕੀ ਹੋਰ ਕੋਈ ਚਿੰਤਾ ਕਰਨ ਦੀ ਤੈਨੂੰ ਲੋੜ ਨਹੀਂ। ਸੋ ਕਰਤਾ ਚਿੰਤਾ ਕਰੇ, ਜਿਵੇਂ ਅਸੀਂ ਪੜ੍ਹਦੇ ਹਾਂ, ਜਿਨ ਉਪਾਇਆ ਜਗ। ਰੱਬ ਨੂੰ ਆਪਣੀ ਖਲਕਤ ਦੀ ਆਪ ਚਿੰਤਾ ਹੈ, ਬੰਦਿਆਂ ਨਾਲੋਂ ਵੱਧ ਚਿੰਤਾ ਹੈ।
जिस समय गलबात समाप्त हुई तो उस वेले दौलत खां ने अपनी कनीजा नूं इशारा किया ते वो शराब के प्याले लैके आईया। इतिहास कहता है भाई मरदाना जी ते गुरु नानक साहब दौलत खां के सामने हैं ते सतगुरु के अगे जो वो शराब आई ते पातशाह जी ने इनकार कर दिता साफ भी असी इस चीज में मुंह नहीं लाते। ते दौलत खां ने ना अगों एक बोल आख्या सी, कहंदे पी लो वलैती है वलैती। ते शब्द तुसी पढ़ियो। सतगुरु उठे ते सतगुरु जी उन्होंने कंड करके, जिहदे अगे अज तक किसी की कंड करने की हिम्मत नहीं सी हुई, उन्होंने पिट करके सतगुरु जी बाहर निकल गए। ते भाई मरदाना जी की भी मुख ते ये पंक्तियां सन के नाम खुमारी नानका चढ़ी रहे दिन रात। असी ये शराब नहीं पींदे, ये नशा ते उतर जाता है, थोड़ी देर का नशा है, बल्कि बंदे नूं अचेत कर देता है। असी वो नशा करते हाँ जिस नशे नूं करन तो बाद नशा कभी टुटदा नहीं। और असी इतिहास पढ़ांगे तत्ती तवी ते भी ये नशा नहीं टुटिया, नाम दा नशा। ठंडे बुरज विच भी ये नशा नहीं टुटिया। सीस दे उत्ते आरे चल रहे हैं, खोपरियां उतर रही हैं, सिख बंद बंद कटा रहे हैं, चरखियां ते चढ़ रहे हैं, ये नशा नहीं टुटिया। बल्कि इस नशे दे विच मस्त सिखा ने वो कारनामे कर दिते कि दुनिया के किसी इतिहास विच किसी कौम के कोल ऐसा इतिहास नहीं है जो माणमत्ता इतिहास सिखा के कोल है। पर अज बड़ी शर्म आती है, जिवें तुसीं कहा ना कि किसी पार्टी विच जाइए तो आखदे भाई सरदारां दी पार्टी है ते खाण लई पीण लई सब कुछ मिलेगा। बड़ा शर्म दा एक और समा बन जाता है, उस समय जदों लोगों ने सानू सिर्फ शराब कबाब दे नाल जोड़ के वेखना शुरू कर दिता। सिख जिहड़ा गुरु के रस्ते उत्ते तुरन वाला, केवल अकाल पुरख का पुजारी, किरत करन वाला, वंड छकण वाला, नाम जपण वाला, रब दे गुणां नूं जीण वाला, उन्होंने केवल एक फिक्स फ्रेम दे विचों एक फिक्स एक असी दृष्टिकोण राही उन्होंने वेख रहे हाँ भी हर सिख खाण पीण वाला होएगा, जे शराब नहीं पींदा ते सरदार ही नहीं होगा। ऐसा नहीं है। शराब का बिल्कुल जीरो स्कोप है। इस चीज नूं सतगुरु जी ने बाणी विच रद्द भी किया है। गुरु ग्रंथ साहिब जी की शराब बड़ी दूर की गल जे। सतगुरु ने इत्थों तक कहा पान सुपारी खातियां, मुख बीड़ियां लाइया, हर हर कदे ना चेत्यो जम पकड़ चलाइया। पान तक मना है, सुपारी खानी तक मना है, मुख बीड़ियां लाइया, हर हर कदे ना चेत्यो जम पकड़ चलाइया। ते शराब बारे भी सतगुरु कहने चित पीता है मत दूर होए, बरल पवै विच आए, अपना पराया ना पछाणे, खसमों धक्के खाए। जिसनों पीण नाल मत मारी जाए, झगड़े पै जाण। तुसीं वेखो अक्सर शराबां पी के खुशियां दे मौके दुखां विच बदल जाते हैं। ਵਿਆਹਾਂ शादियां वेले जिन्हां नूं असीं खुशी के मौके आखदे हां, लड़ाइयां का एक मूल कारण शराब होंदी है। अखीरी अर्थ अगर शराब से पढ़ोगे ना कोशां विच, शर आब, आब कहंदे हन पानी नूं ते शर कहंदे शरारती। वो पानी जिहड़ा मनुख नूं शरारती बना देवे उहनूं शराब कहंदे हन। वो पानी जिन्हों पीण तो बाद बंदे की अकल अपनी थां ते ना रहे, मनुख अनकॉन्शियस हो जाए, किसी होर दुनिया में चला जाए, उन्होंने शराब कहा जाता है। सतगुरु ने जो बड़ा सुंदर वाक बाणी में आख्या, कहते नहीं मेरा सिख कभी भी शराब वाले पासे नहीं जाएगा, कभी शराब नूं हाथ तक नहीं लावेगा, इनू पीण बारे कभी नहीं सोचेगा, क्योंकि जित पीता मत दूर होए, बरल बरल झगड़ा, बरल पवै विच आए, अपना पराया ना पछाणे, खसमों धक्के खाए। बंदा अपने ते पराए की पछाण भुल जाता है। बंदे नूं इस शराब नूं पीण तो बाद रब के दरबार चों भी धक्के पैंदे हन। कोई सोचे ना कि मैं इतना पाठ कर लिया जी, मैं हस्ती सेवा करता हाँ, बहुत दान पुण्य करता हाँ, ते की हो गया थोड़ी जी मैं शराब पी भी लवां, समझ लेना कि उन्हें अपनी सारी कीती खतराई सेवा खूखा ते पा दी है। बाणी साफ आखदी है भांग माछली सुरापान, सुरापान हो शराब नूं किया गया जो जो प्राणी खाए। ਜਿਹੜੇ लोग भी इन्हां चीज़ां की वरतों करते हैं वो रब की दृष्टि विच, गुरु की दृष्टि विच प्रवान नहीं होंगे। मैं दो घटनावां का तुहाडे नाल जिक्र करदा हाँ। अज जिहड़ी साडी सो कॉल्ड हाई सोसाइटी है, इस हाई सोसाइटी दे विच
ये अलामत साढ़े अज घरां तक पहुंच गई, साढ़े अपने शहर तक। मैं अपने अखी कई किस्से देखे कि जिथे परिवार के जेंट्स ते पींदे ही सन, उन्हां दीयां वोटियां भी नाल पीण बह गईयां। वो आप अपनियां वाइफ्स नूं सर्व करदे हन, घरां विच बार बनाए होए हन। ते बहुत दुख लगता है कि बहुत सारे घर 60% तो वध घर ऐसे हैं जिथे घर विच थले बार है ते उत्ते गुरु ग्रंथ साहिब दा प्रकाश है। ते मैं कई बार एक इतिहास नाल घटना जोड़ के सोचदा हाँ, सिख इतिहास दे विच हरमंदर साहिब ते जिहड़े हमले होए ना, इन्हां हमलियां दे विच एक वार मत्स्य रंगड़ ने भी हरमंदर साहिब ते कब्जा कर लिया। ते मत्स्य रंगड़ ने हरमंदर साहिब जी दे विच शराबां पीतियां। तुसीं सोचो, एक सिख जदों ये बोल सुनेगा ते ओदे दिल दे उत्ते की बीतेगी कि गुरु रामदास साहिब जी दे उस पावन स्थान ते जिथे सदा कीर्तन और गुरबाणी का प्रवाह चलता है, उस वेले तो चलता आ रहा है, ते कोई उस थां की बेदबी करे। कली बेदबी नहीं, उस हरमंदर दे विच शराबां पीवे ते बेसवावां दा नाच नचावे। जिस वेले बीकानेर विच रहण वाले सिखां नूं ये गल पता लगी ते उन्होंने, मैं बड़ी शॉर्ट लवांगा ये विचार, आप सारे ने इतिहास पता है, हरमंदर साहिब पहुंच की थी ते मत्स्य रंगड़ दा सिर वड के नेजे ते टंग के ते सारी दुनिया नूं दिखा दिता कि जिहड़ा गुरु ग्रंथ साहिब जी दे अस्थान की बेदबी करेगा, गुरु घर के स्थान की बेदबी करेगा, सिख उन्होंने ये सजा देणगे, वो जिंदा नहीं रहेगा। ओदा सिर कट के सिंह अपने नाल लै आए नेजे दे उत्ते टंग के। मैं एक बेनती होर करा, ये बड़े मान नाल मैं भी इतिहास सुनाउंदा हाँ, कई बार संगत सुनदी भी है, लेकिन असी इस इतिहास दे नाल एक प्रश्न जोड़ लईए कि मत्स्य रंगड़ ने उत्थे शराब पीती जिथे गुरु ग्रंथ साहिब जी दा प्रकाश सी। अज खिमा करियो, असीं सारे मत्स्य रंगड़ बने होए हां। घर दे विच एक पासे गुरु ग्रंथ साहिब जी दा प्रकाश, एक पासे असां बार बनाया होया है घर दे विच, एक पासे असीं शराबां पी रहे हैं, घर दे विच सर्व कर रहे हैं, दुनिया भर का विचार कर रहे हैं कि असीं मत्स्य रंगड़ नहीं। सानू कौन सजा देवेगा कि सिर्फ पगड़ियां पा के, कि सिर्फ सिक्खी का वेश धारण करके सानू इस गल की छूट मिल गई कि असीं अपने घरां दे विच गुरु ग्रंथ साहिब जी की बेदबी करिए। मैं कथा एक दिन इत्थे रेस कोर्स की स्टेज ते सुनाई। 4-5 दिन बीते, मेरे कोल एक पति पत्नी आए, कहने लगे भाई साहब जी, तुहाडी ना उस दिन असीं कथा सुनी ते असीं दोवें हसबैंड वाइफ 2-3 दिन लगातार विचार करते रहे बई असां गुरु ग्रंथ साहिब जी की कितनी भारी बेदबी की है, क्योंकि साडे घर की हालत भी यही है। उपर साडे घर दे विच बाबा जी का प्रकाश है ते असीं थले शराबां सर्व करते हैं, साडे घर भी शराब आम चलती है, रोज साडे घर भी शराब चलती है। ते मेरे मन में एक भावना आई, मैं कहा चलो शुक्र है, घट्टो घट ईमानदारी नाल ये दोवें पति पत्नी मेरे सामने आए ते इन्हां नूं अपनी गल, इन्हां नूं अपनी भुल रियलाइज होई ते शायद हुणे अरदास करन मालिक दे के, पातशाह सानू अगों लई और बल बख्शो कि असीं बेदबी ना कर सकीए। बड़ी देर विचारां करते रहे कि भाई साहब सानू सचमुच अपनी भुल समझ विच आ गई, असीं सचमुच बहुत शर्मिंदा हाँ, असीं गुरु ग्रंथ साहिब जी की ये बेदबी कर रहे सां, पर असीं तुहानू हुण वचन देंदे हां, असीं गुरु ग्रंथ साहिब की अगों बेदबी नहीं करांगे। सानू दसो असीं कदों गुरु ग्रंथ साहिब जी का स्वरूप गुरुद्वारे जमा कराना चाहिए। ये उन्हां दे लफज सन। तुसीं सोचो कि उस वेले जे मैं एक बोल सुने सन ते मेरे उत्ते की बीती होएगी। मेरे को शब्द नहीं सन कि मैं उन्होंने कोई जवाब दे सका। बस मैं उन्होंने फतेह बुलाई, मैं क्या वाहिगुरू जी का खालसा वाहिगुरू जी की फतेह। मैं तुहाडे नाल अगे गल नहीं कर सकता, मेरे वस दा नहीं तुहानू समझाउणा। ये अज दे सिख दी हालत है। वो इस अलामत नूं अपने घरों नहीं कढ़ना चाहुंदा, गुरु नूं घरों कढ़ण वास्ते तैयार है कि गुरु ग्रंथ साहिब दा स्वरूप असीं गुरुद्वारे जमा करा देंदे हां, क्योंकि असीं बेदबी कर रहे हां। सानू रियलाइज होगी इस गल दी कि गुरु ग्रंथ साहिब की हजूरी च शराब नहीं पी सकते। असीं बड़े समय तो बेदबी करते रहे।
ਇਹ ਅੱਜ ਦੇ ਸਿੱਖ ਦੀ ਹਾਲਤ ਜੇ, ਜਿਹਨੂੰ ਸੋ ਕਾਲਡ ਅਸੀਂ ਹਾਈ ਸੁਸਾਇਟੀ ਆਖਦੇ ਹਾਂ, ਉਹਨਾਂ ਘਰਾਂ ਦੇ ਵਿੱਚ, ਉਹਨਾਂ ਪਰਿਵਾਰਾਂ ਦੇ ਵਿੱਚ ਇਹ ਗੱਲ ਬੜੀ ਆਮ ਹੈ, ਫੈਸ਼ਨ ਬਣ ਚੁੱਕਿਆ ਹੈ। ਬਲਕਿ ਮੈਂ ਤੇ ਸੋਚਦਾ ਹਾਂ ਅੱਜ ਤੋਂ 30-35 ਸਾਲ ਪਿੱਛੇ ਤੁਸੀਂ ਚਲੇ ਜਾਵੋ ਨਾ, ਤੇ ਜਿਹੜੇ ਸਿੱਖ ਸਨ ਨਾ, ਜਦੋਂ ਸ਼ਰਾਬ ਪੀਣ ਛੁਪ ਛੁਪ ਕੇ ਪੀਂਦੇ ਸੀ ਪਰਦੇ ਦੇ ਵਿੱਚ। ਕਿਸੇ ਫੰਕਸ਼ਨ ਵਿੱਚ ਉਹਨਾਂ ਨੇ ਸ਼ਰਾਬ ਪੀਣੀ ਹੋਵੇ, ਕਿਸੇ ਕਾਰ ਵਿੱਚ ਛੁਪ ਜਾਂਦੇ ਸਨ, ਕਿਸੇ ਹੋਰ ਦੇ ਘਰ ਵਿੱਚ ਕਿਤੇ ਪਰਦੇ ਵਿੱਚ ਪੀਂਦੇ ਸਨ। ਕਿਉਂ? ਦੁਨੀਆ ਕਹਿੰਦੀ ਸੀ, ਲੋਕ ਕਹਿੰਦੇ ਸਨ ਵੀ ਸ਼ਰਾਬ ਪੀਂਦਾ ਹੈ। ਉਹਨੂੰ ਮਾੜੀ ਨਜ਼ਰ ਨਾਲ, ਇਨਫੀਰੀਅਰ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਸੀ। ਅੱਜ 100 ਬੰਦਿਆਂ ਦੀ ਬਰਾਤ 90-95 ਲੋਕ ਪੀ ਰਹੇ ਹੋਣਗੇ, ਜਿਹੜੇ 2-3 ਨਹੀਂ ਪੀ ਰਹੇ ਹੋਣਗੇ ਨਾ, ਉਹਨਾਂ ਨੂੰ ਵੇਖ ਕੇ ਕਹਿੰਦੇ ਦੇਖੋ ਸ਼ਰਾਬੀ ਨਹੀਂ ਪੀਂਦਾ, ਆਊਟਡੇਟਿਡ ਹੈ। ਉਹਨਾਂ ਇਨਫੀਰੀਅਰ ਦ੍ਰਿਸ਼ਟੀ ਦੇ ਨਾਲ ਵੇਖਿਆ ਜਾਂਦਾ ਹੈ। ਅੱਜ ਸਾਡੀ ਹਾਲਤ ਇਹ ਹੈ। ਤੇ ਰਹੀ ਗੱਲ ਸਕੋਪ ਦੀ, ਸਕੋਪ ਮੈਂ ਪਹਿਲੇ ਹੀ ਉੱਤਰ ਦੇ ਦਿੱਤਾ ਹੈ, ਬਿਲਕੁਲ ਜ਼ੀਰੋ ਹੈ, ਜ਼ੀਰੋ ਸਕੋਪ ਹੈ। ਸਿੱਖ ਦੇ ਘਰ ਵਿੱਚ ਕੋਈ ਸਮਾਗਮ ਹੋਵੇ, ਕੋਈ ਸਮਾਂ ਹੋਵੇ, ਕਿਸੇ ਪ੍ਰਕਾਰ ਦਾ ਸਮਾਂ ਇਹਦੇ ਘਰ ਵਿੱਚ ਬਣ ਜਾਵੇ, ਸਿੱਖ ਨੇ ਇਸ ਅਲਾਮਤ ਨੂੰ ਕਦੀ ਹੱਥ ਨਹੀਂ ਲਾਣਾ, ਸਿੱਖ ਨੇ ਦੇ ਨੇੜੇ ਵੀ ਨਹੀਂ ਜਾਣਾ। ਗੁਰਬਾਣੀ ਦੇ ਵਿੱਚ ਬੜੀ ਸਖਤਾਈ ਦੇ ਨਾਲ, ਰਹਿਤਨਾਮਿਆਂ ਦੇ ਵਿੱਚ ਬੜੀ ਸਖਤਾਈ ਦੇ ਨਾਲ ਇਸ ਚੀਜ਼ ਦੇ ਉੱਤੇ ਕਾਟਾ ਪਾਇਆ ਗਿਆ ਹੈ। ਸਤਿਗੁਰੂ ਜੀ ਨੇ ਮਨਾ ਕੀਤਾ ਹੈ। ਵਾਹਿਗੁਰੂ ਜੀ। राम रस पियारे, जह रस बिसर गए रस और राम रस पियारे। प्रॉब्लम ये है कि अज गुरबाणी पीण दे विच, गुरबाणी दा नशा करन दा समा ही नहीं लोगा कोई। दौड़ ऐसी लगी है दुनिया दे विच। बहुत ही तुहाडी गल सुन के मैनू भी इतना दुख होया कि गुरु सच्चे पातशाह जी दा स्वरूप आप जी घरों कढ रहे हो, अपने प्यो नू घरों कढण नू तैयार हो, लेकिन शराब छोड़न नू तैयार नहीं हो। बहुत ही शर्मनाक गल सिखां दे लई। साडा प्यो है, साडा गुरु, वो लोक परलोक दा भी प्यो है, उसी ने उत्थे बांह पड़नी है जिथे किसी ने नहीं फड़नी, लेकिन अज उसनू असी छोड़न नू तैयार हाँ। 1-2 घंटे दे नशे दे नू असी अपना समझदे हैं। किन्नी क दुखदाई वीर जी ये गल तुसी सुनाई है, मतलब ना मेरी आत्मा हिल गई है कि किस हद तक सिख दा, बिल्कुल हड बीती मेरी, बिल्कुल बिल्कुल सिख दा रिश्ता कितना कमजोर हो गया है गुरु दे नाल। मैं ये देखदा कि एक समा सीगा कि गुरु दे अगे सिर कटाण नू सिख तैयार सीगा। मैं पिछले दिने च एक योगी जी की कथा सुन रहा सी, उन्होंने एक गल कर रहे सी, कहंदे जी जब ग्वालियर दे किले च महाराजा रणजीत सिंह ने हमला कीता सी कैदियां नू छुड़ाउण लई, ते उस वेले उन्होंने आम सारी जनता नू, उत्थे बच्चियां नू ते औरतां नू सारियां नू कैद कीता सी। ते हरि सिंह नलवा ते महाराजा रणजीत सिंह ने इकट्ठे उत्थे जंग च हिस्सा लिया। ते जदों उत्थे पहुंचे फौज कोल इक्को कहंदे तोप हुंदी सी, ते ओदा जी पहिया टुट गया। ते ਉਹ ਕਹਿੰਦੇ ਜੀ ਹਾਂ महाराजा रणजीत सिंह ਨੂੰ ਕਿਹਾ हरि सिंह नलवे ने कि आज हमला नहीं हो पाएगा। हरि सिंह नलवा ਕਹਿੰਦਾ ਅਸੀਂ ਕਿਲੇ ਦੇ ਸਾਹਮਣੇ ਖੜੇ ਆ, ਅੰਦਰ ਕੈਦੀ ਨੇ, ਫੌਜੀ ਸਾਹਮਣੇ ਨੇ, ਉਹ ਤੇ ਉਹਨਾਂ ਨੂੰ ਮਾਰ ਦੇਣਗੇ, ਸਾਨੂੰ ਹੁਣੇ ਹੀ ਹਮਲਾ ਕਰਨਾ, ਕਿਲੇ ਦਾ ਦਰਵਾਜ਼ਾ ਖੋਲਣਾ। तो ਕਹਿੰਦੇ ਜੀ ਹੁਣੇ ਹੀ ਖੁੱਲੇਗਾ। ਉਸੇ ਵੇਲੇ ਇੱਕ ਸਿੱਖ ਨੇ ਆਪਣਾ ਸਿਰ ਦਿੱਤਾ ਤੋਪ ਦੇ ਥੱਲੇ, ਤੇ ਤੋਪ ਦਾ ਗੋਲਾ ਚੱਲਿਆ। ਇਤਿਹਾਸ ਲਿਖਦਾ ਕਿ 6 ਗੋਲੇ ਤੋਪ ਦੇ ਚੱਲੇ, ਤੇ 7ਵੇਂ ਗੋਲੇ ਜਾ ਕੇ ਜੀ ਕਿਲੇ ਦਾ ਦਰਵਾਜ਼ਾ ਖੁੱਲਿਆ, ਤੇ ਇੱਕ ਇੱਕ ਕਰਕੇ ਇੱਕ ਤੋਪ ਚੱਲਦੀ ਸੀ, ਸਿਰ ਦਾ ਸਿੱਖ ਦਾ ਸਿਰ ਅਲੱਗ ਤੇ ਸਰੀਰ ਅਲੱਗ ਹੋ ਜਾਂਦਾ ਸੀ, ਉੱਤੇ ਦੂਜਾ ਆ ਕੇ ਸਿਰ ਰੱਖ ਦਿੰਦਾ ਸੀ। ਕਿਤਨਾ ਕੁ ਪਿਆਰ ਗੁਰੂ ਸੱਚੇ ਪਾਤਸ਼ਾਹ ਨਾਲ ਹੋਏਗਾ ਕਿ ਕੁਰਬਾਨੀ ਦੇਣ ਦੇ ਸੋਚਦੇ ਹੀ ਨਹੀਂ ਸੀ ਗੁਰੂ ਸਾਹਿਬ ਦੇ ਅੱਗੇ। ਅੱਜ ਕਮਾਲ ਹੋ ਗਈ ਕਿ ਸ਼ਰਾਬ ਦਾ ਨਸ਼ੇ ਨੇ ਸਾਨੂੰ ਕਿਤਨਾ ਕਮਜ਼ੋਰ ਕਰ ਦਿੱਤਾ ਹੈ ਕਿ ਅਸੀਂ ਗੁਰੂ ਤੋਂ ਦੂਰ ਹੋਣ ਨੂੰ ਤਿਆਰ ਹਾਂ, ਸ਼ਰਾਬ ਤੋਂ ਦੂਰ ਹੋਣ ਨੂੰ ਤਿਆਰ ਨਹੀਂ। ਕਮਾਲ ਹੈ ਵੀਰ ਜੀ, ਮੇਰੇ ਬਹੁਤ ਇਸ ਗੱਲ ਦਾ ਦੁੱਖ ਹੋਇਆ ਤੁਹਾਡੇ ਤੋਂ ਇਹ ਗੱਲ ਸੁਣ ਕੇ। ਖੈਰ ਵੀਰ ਜੀ, ਮੈਂ ਤੁਹਾਡੀ ਸਾਰੀ ਗੱਲ ਸੁਣ ਕੇ ਇੱਕ ਸਵਾਲ ਹੋਰ ਮੇਰੇ ਕੋਲ ਹੈ। ਕਈ ਵੀਰ ਪੁੱਛਦੇ ਨੇ ਸਾਨੂੰ ਕਈ ਐਸੇ ਕੰਮ ਕਰਨੇ ਪੈਂਦੇ ਨੇ ਦੁਨੀਆ ਦੀ ਖੁਸ਼ੀ ਦੇ ਲਈ ਜੋ ਗੁਰਬਾਣੀ ਵਿੱਚ ਮਨਾ ਨੇ। ਜਿਵੇਂ ਤੁਸੀਂ ਕਿਹਾ ਸ਼ਰਾਬ ਐਗਜ਼ਾਮਪਲ ਹੈ, ਜਿਵੇਂ ਉਹ ਆਪ ਸ਼ਰਾਬ ਨਹੀਂ ਪੀਂਦੇ ਹੋਣਗੇ, ਲੇਕਿਨ ਉਹਨਾਂ ਦੇ ਘਰ ਵਿੱਚ ਕੋਈ ਫੰਕਸ਼ਨ ਹੋਏਗਾ ਉਹ ਸ਼ਰਾਬ ਜ਼ਰੂਰ ਰੱਖਣਗੇ ਕਿ ਦੁਨੀਆ ਨੂੰ ਖੁਸ਼ ਕਰਨਾ ਹੈ। ਲੋਕ ਕੀ ਕਹਿਣਗੇ, ਜਿਹੜੇ ਆਂਦੇ ਨੇ ਉਹ ਪੀਂਦੇ ਨੇ। ਹਾਲਾਂਕਿ ਮਾਫ ਕਰਨਾ ਵੀਰ ਜੀ, ਮੈਂ ਤੇ ਇਹ ਵੀ ਦੇਖਿਆ ਕਿ ਅਹੁਦੇਦਾਰ ਗੁਰਦੁਆਰੇ ਦੇ ਕਈ ਜਗ੍ਹਾ ਬਿਲਕੁਲ ਉਹ ਰਿਸ਼ਤੇਦਾਰੀ ਜਾਓ, ਵਿਆਹ 'ਚ ਜਾਓ, ਉਹ ਵੀ ਸ਼ਰਾਬ ਦੀ ਗਿਲਾਸ ਲੈ ਕੇ ਬੈਠੇ ਹੁੰਦੇ ਨੇ, ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਕਰਕੇ ਸ਼ਰਾਬ ਰੱਖੀ ਜਾਂਦੀ ਕਿ ਉਹ ਨਾਰਾਜ਼ ਹੋ ਜਾਣ। ਤੇ ਇਹ ਉਹ ਕਹਿੰਦੇ ਨੇ ਵੀ ਦੁਨੀਆ ਨੂੰ ਖੁਸ਼ ਕਰਨ ਦੇ ਲਈ ਵੀ ਸਾਨੂੰ ਕਰਨਾ ਪੈਂਦਾ ਹੈ ਜੀ। ਦੁਨੀਆ ਨੂੰ ਕਿਸ ਤਰ੍ਹਾਂ ਕਰੀਏ, ਦੁਨੀਆ ਸਾਨੂੰ ਕੀ ਕਹੇਗੀ, ਤੇ ਗੁਰਬਾਣੀ ਕੀ ਇਹ ਸਕੋਪ ਦਿੰਦੀ ਹੈ ਸਾਨੂੰ ਕਿ ਵੀ ਉਹਨਾਂ ਨੂੰ ਖੁਸ਼ ਕਰਨ ਲਈ ਅਸੀਂ ਸ਼ਰਾਬ ਵਰਤ ਲਈਏ, ਜਾਂ ਹੋਰ ਵੀ ਕਈ ਐਸੇ ਕਰਮ ਨੇ ਜੋ ਉਹ ਕਹਿੰਦੇ ਨੇ ਅਸੀਂ ਦੁਨੀਆ ਨੂੰ ਖੁਸ਼ ਕਰਨ ਲਈ ਕਰ ਰਹੇ ਹਾਂ। ਅਸੀਂ
ਆਪਣੇ ਲਈ ਨਹੀਂ ਕਰ ਰਹੇ, ਅਸੀਂ ਕਰਦੇ ਨਹੀਂ ਆ, ਅਸੀਂ ਦੁਨੀਆ ਨੂੰ ਖੁਸ਼ ਕਰਨਾ ਹੈ। ਤੇ ਉਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਵੀ ਜੀ ਗੁਰਬਾਣੀ ਦੇ ਅੰਦਰ? ਵੀਰ ਜੀ, ਸਭ ਤੋਂ ਪਹਿਲੇ ਆਪਣੇ ਆਪ ਨੂੰ ਪੁੱਛੇ ਬਈ ਦੁਨੀਆ ਨੂੰ ਮੈਂ ਖੁਸ਼ ਕਿਉਂ ਕਰਨਾ ਹੈ। ਆਪਣੇ ਆਪ ਨੂੰ ਪੁੱਛੇ ਨਾ ਵੀ ਦੁਨੀਆ ਨੂੰ ਮੈਂ ਕਿਉਂ ਖੁਸ਼ ਕਰਨਾ ਹੈ, ਕਿਉਂਕਿ ਉਹਨੂੰ ਦੁਨੀਆ ਤੋਂ ਕੁਝ ਚਾਹੀਦਾ, ਉਹਨੂੰ ਦੁਨੀਆ ਤੋਂ ਕੋਈ ਸਵਾਰਥ ਹੈ ਉਹਦਾ। ਜਿਹਦਾ ਪ੍ਰੇਮ ਗੁਰੂ ਨਾਲ ਜੁੜ ਗਿਆ, ਜਿਹਦਾ ਵਿਸ਼ਵਾਸ ਗੁਰੂ ਨਾਲ ਜੁੜ ਗਿਆ, ਜਿਹਦਾ ਸਿਦਕ ਗੁਰੂ ਨਾਲ ਜੁੜ ਗਿਆ, ਉਹ ਗੁਰੂ ਔਰ ਦੁਨੀਆ ਦੇ ਵਿੱਚੋਂ ਕੇਵਲ ਗੁਰੂ ਨੂੰ ਚੁਣੇਗਾ। ਭਗਤ ਕਬੀਰ ਜੀ ਨੇ ਇੱਕ ਬੜਾ ਸੋਹਣਾ ਵਾਕ ਆਖਿਆ ਨਾ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇਹ ਸ਼ਲੋਕਾਂ ਵਿੱਚ, ਫਰੀਦ ਜੀ ਦੇ ਸ਼ਲੋਕਾਂ 'ਚ ਸ਼ਬਦ ਸਾਨੂੰ ਗੁਰਬਾਣੀ 'ਚ ਮਿਲੇਗਾ ਕਿ ਇਸਨੇ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜਾ ਮਾਰ ਦਿੱਤਾ। ਸ਼ਲੋਕਾਂ ਵਿੱਚ ਪਾਵਨ ਬੋਲ ਅਸੀਂ ਰੋਜ਼ ਪੜ੍ਹਦੇ ਹਾਂ ਕਿ ਇਹਨੇ ਆਪਣਾ ਦੀਨ ਗਵਾ ਦਿੱਤਾ, ਕਿਹਦੇ ਪਿੱਛੇ ਲੱਗ ਕੇ? ਦੁਨੀਆ ਦੇ ਪਿੱਛੇ ਲੱਗ ਕੇ। ਦੁਨੀਆ ਕਿਆ ਦੁੱਖ ਹੈ ਮੁਆ, ਦੁਨੀਆ ਦੇ ਪਿੱਛੇ ਇਹ ਇਤਨਾ ਝੱਲਾ ਹੋ ਗਿਆ ਕਿ ਦੁਨੀਆ ਨੂੰ ਖੁਸ਼ ਕਰਨ ਵਾਸਤੇ ਇਹਨੇ ਗੁਰੂ ਨੂੰ ਪਿੱਠ ਕਰ ਦਿੱਤੀ, ਦੁਨੀਆ ਨੂੰ ਰਿਝਾਉਣ ਵਾਸਤੇ ਇਹਨੇ ਆਪਣਾ ਦੀਨ ਗਵਾ ਲਿਆ। ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕਾਟਾ ਪਾਇਆ, ਕਹਿੰਦੇ ਕੋਈ ਕਰਮ ਸਿੱਖ ਐਸਾ ਨਹੀਂ ਕਰੇਗਾ ਬਲਕਿ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾ। ਕੋਈ ਚੰਗਾ ਕਵੇ ਮਾੜਾ ਕਵੇ, ਲੋਕਾਂ ਨੂੰ ਪਤਿਆਉਣ ਦਾ ਲੋਕਪਤੀ ਨੇ ਕਿਛੂ ਨਾ ਹੋਵੇ, ਨਾ ਹੀ ਰਾਮ ਆਇਆਨਾ। ਲੋਕਾਂ ਨੂੰ ਪਤਿਆਉਣ ਵਾਸਤੇ, ਲੋਕਾਂ ਨੂੰ ਰਿਝਾਉਣ ਵਾਸਤੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਿੱਖ ਨੇ ਕੋਈ ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਉਹ ਗੁਰੂ ਤੋਂ ਬੇਮੁਖ ਹੋਵੇ, ਜਿਹਦੇ ਕਾਰਨ ਉਹ ਗੁਰੂ ਨਾਲੋਂ ਉਹਦਾ ਸੰਬੰਧ ਟੁੱਟ ਜਾਵੇ। ਹਾਂ, ਦੁਨੀਆ ਨੂੰ ਖੁਸ਼ ਕਰਨਾ ਹੈ, ਸੇਵਾ ਕਰੋ, ਗੁਰੂ ਵੀ ਖੁਸ਼ ਹੋਵੇਗਾ, ਦੁਨੀਆ ਵੀ ਖੁਸ਼ ਹੋਵੇਗੀ। ਉਹ ਕਰਮ ਕਰੋ, ਉਹਨਾਂ ਨੂੰ ਮੱਤ ਦਿਓ, ਉਹਨਾਂ ਨੂੰ ਗੁਰਮਤ ਨਾਲ ਜੋੜੋ, ਉਹਨਾਂ ਨੂੰ ਸਗੋਂ ਸਾਨੂੰ ਸਟੈਂਡ ਲੈਣਾ ਚਾਹੀਦਾ ਹੈ। ਆਪ ਜੀ ਨੇ ਗੱਲ ਕੀਤੀ ਗੁਰਦੁਆਰੇ ਦੇ ਅਹੁਦੇਦਾਰਾਂ ਦੀ, ਇਹ ਬੜਾ ਦੁਖਾਂਤ ਜੇ ਹਰ ਸਿਟੀ ਦੇ ਵਿੱਚ, ਦੁਨੀਆ ਭਰ ਦੇ ਵਿੱਚ ਅੱਜ ਸਿੱਖ ਜਮਾਤ ਵਿੱਚ ਇਹ ਬੜੀ ਵੱਡੀ ਇੱਕ ਅਲਾਮਤ ਚਮੜੀ ਹੋਈ ਹੈ ਕਿ ਐਸੇ ਅਹੁਦੇਦਾਰ ਵੀ ਸੁਸਾਇਟੀਜ਼ ਵਿੱਚ, ਫੰਕਸ਼ਨਸ ਵਿੱਚ ਬੈਠ ਕੇ ਜਿਸ ਵੇਲੇ ਐਸੇ ਕਰਮ ਕਰਦੇ ਹਨ ਜਿਹੜੇ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਵਿਪਰੀਤ ਹਨ, ਤੇ ਲੋਕਾਂ ਨੂੰ ਇਹ ਬਹਾਨਾ ਮਿਲ ਜਾਂਦਾ ਵੀ ਉਹ ਤੇ ਫਲਾਣੇ ਗੁਰਦੁਆਰੇ ਦੇ ਅਹੁਦੇਦਾਰ ਹਨ, ਜੇ ਉਹ ਕਰ ਰਹੇ ਹਨ ਤੇ ਅਸੀਂ ਨਾ ਕਰੀਏਗਾ, ਉਹ ਤੇ ਸਿਆਣੇ ਹਨ। ਮੈਂ ਇਤਨੀ ਬੇਨਤੀ ਜ਼ਰੂਰ ਕਰਦੇ ਹਾਂ, ਸਿੱਖ ਨੇ ਦੁਨੀਆ ਦੇ ਪਿੱਛੇ ਨਹੀਂ ਲੱਗਣਾ, ਦੁਨੀਆ ਦਾ ਪਿੱਛੇ ਲੱਗੂ ਸਿੱਖ ਨਹੀਂ ਬਣੇਗਾ। ਸਿੱਖ ਨੇ ਗੁਰੂ ਦੇ ਦਰਸਾਏ ਮਾਰਗ ਦੇ ਉੱਤੇ ਤੁਰਨਾ ਹੈ, ਸਿੱਖ ਨੇ ਗੁਰੂ ਦੇ ਆਸ਼ੇ ਅਨੁਸਾਰ ਤੁਰਨਾ ਹੈ। ਦੁਨੀਆ ਭਾਵੇਂ ਕਹੀ ਜਾਵੇ, ਲੇਕਿਨ ਅਗਰ ਉਹ ਕਾਰਜ, ਉਹ ਕੰਮ ਗੁਰੂ ਦੀ ਕਸਵੱਟੀ ਤੇ ਪ੍ਰਵਾਨ ਨਹੀਂ, ਸਿੱਖ ਨੇ ਦ੍ਰਿੜ ਨਿਸ਼ਚੇ ਨਾਲ ਉੱਥੇ ਸਟੈਂਡ ਲੈ ਲੈਣਾ ਹੈ, ਭਾਵੇਂ ਫਿਰ ਕੁਝ ਵੀ ਹੋਵੇ। ਦੇਖੋ, ਭਰੋਸਾ ਅਗਰ ਗੁਰੂ ਤੇ ਰੱਖਾਂਗੇ ਨਾ, ਕੋਈ ਕੰਮ, ਕੋਈ ਕਾਰਜ ਰੁਕੇਗਾ ਨਹੀਂ। ਸਾਡਾ ਭਰੋਸਾ ਘਟ ਜਾਏ, ਸਾਡਾ ਅਵਿਸ਼ਵਾਸ ਹੈ ਕਿ ਜੇ ਵੀ ਫਲਾਣਾ ਬੰਦਾ ਨਾਰਾਜ਼ ਹੋ ਗਿਆ ਤੇ ਮੇਰਾ ਕੁਝ ਵਿਗਾੜ ਦੇਵੇਗਾ, ਫਲਾਣਾ ਬੰਦਾ ਨਾਰਾਜ਼ ਹੋ ਗਿਆ ਮੇਰਾ ਕੰਮ ਰੁਕ ਜਾਵੇਗਾ। ਮੈਂ ਸੱਚਮੁੱਚ ਆਪਣੇ ਦਿਲੋਂ ਇਹ ਜਜ਼ਬਾ ਮੇਰਾ ਸਮਝਿਓ, ਮੈਂ ਗੁਰੂ ਨਾਨਕ ਦੇ ਉੱਤੇ ਵਿਸ਼ਵਾਸ ਰੱਖ ਕੇ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖ ਕੇ ਅੱਜ ਤੁਹਾਨੂੰ ਇਹ ਵਿਸ਼ਵਾਸ ਦਿਲਾਣਾ ਚਾਹੁੰਦਾ ਹਾਂ, ਗੁਰੂ ਦੀ ਬਾਹ ਫੜ ਲਓ, ਕਿਸੇ ਦੀ ਬਾਹ ਫੜਨ ਦੀ ਲੋੜ ਨਹੀਂ ਪਵੇਗੀ। ਗੁਰੂ ਦੇ ਦਰਸਾਏ ਮਾਰਗ ਤੇ ਤੁਰ ਲਓ, ਭਟਕੋਗੇ ਨਹੀਂ। ਗੁਰੂ ਨੇ ਜਿਸ ਰਸਤੇ ਦੇ ਉੱਤੇ ਸਾਨੂੰ ਤੋਰਿਆ, ਗੁਰੂ ਦੀ ਸ਼ਬਦ ਰੂਪੀ ਉਂਗਲ ਪਕੜ ਕੇ ਉਸ ਰਸਤੇ ਤੇ ਤੁਰੋ, ਕੋਈ ਸਾਨੂੰ ਗਿਰਾ ਨਹੀਂ ਸਕੇਗਾ। ਮੈਂ ਹੁਣੇ ਬੇਨਤੀ ਕੀਤੀ ਸੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਗੁਰੂ ਹਰ ਹਾਲ ਵਿੱਚ, ਹਰ ਰੂਪ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬਿਰਦ ਦੀ ਸੰਭਾਲ ਕਰਦਾ ਹੈ, ਆਪਣੇ ਉਸ ਪਿਆਰ ਵਾਲੇ ਸੁਭਾਅ ਨੂੰ ਸਦਾ ਨਿਭਾਉਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਕਿਤਨੀਆਂ ਉਦਾਹਰਣਾਂ ਦਿੱਤੀਆਂ, ਗੁਰੂ ਗ੍ਰੰਥ ਸਾਹਿਬ 'ਚ ਵੀ ਕਿਤਨੀਆਂ ਉਦਾਹਰਣਾਂ ਆਈਆਂ। ਉਹ ਤੇ ਇੱਕੋ ਹੀ ਗੱਲ ਆਖਦੇ, ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਹੈ। ਇਸ ਕਰਕੇ ਦੁਨੀਆ ਦੇ ਪਿੱਛੇ ਲੱਗ ਕੇ ਆਪਣੇ ਦੀਨ ਨੂੰ ਗਵਾਉਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਸਿੱਖ ਆਪਣੇ ਦੀਨ ਵਿੱਚ ਪੱਕਾ ਰਵੇ, ਭਾਵ ਆਪਣੇ ਧਰਮ ਵਿੱਚ ਪੱਕਾ ਰਵੇ, ਗੁਰੂ ਦੇ ਆਸ਼ੇ ਅਨੁਸਾਰ ਤੁਰੇ। ਸਿੱਖ ਦੇ ਲਈ ਇਹ ਹੁਕਮ ਹੈ, ਦੁਨੀਆ ਦੇ ਪਿੱਛੇ ਸਿੱਖ ਨੇ ਲੱਗ ਕੇ ਆਪਣੇ ਜੀਵਨ ਨੂੰ ਬਰਬਾਦ ਨਹੀਂ ਕਰਨਾ। क्या बात है जी। गुरु साहब कहते ने, शब्द मरै मन निर्मल संतो, इहो पूजा धाए पाई। मन जीता जगजीत। इस मन ते कम करिए सारे मिल के, क्योंकि सच्चे पातशाह जी ने ना, तुसी अगर पढ़ोगे ज़्यादातर बाणी नूं ना मन नूं संबोधित कीता।
ਇਸ ਮਨ ਦੀ ਸਾਰੀ ਖੇਡ ਹੈ। ਜੇ ਇਹ ਮਨ ਸਾਡਾ ਗੁਰੂ ਚਰਨਾਂ ਨਾਲ ਜੁੜ ਗਿਆ ਨਾ ਤੇ ਬਸ ਕਾਰਜ ਰਾਸ ਹੈ। ਇਸ ਮਨ ਤੇ ਕੰਮ ਕਰੀਏ ਸਵੇਰੇ ਸ਼ਾਮ, ਕਿਉਂਕਿ ਨਾ ਮਨ ਦੀ ਖੁਰਾਕ ਜਿਵੇਂ ਸਰੀਰ ਦੀ ਖੁਰਾਕ ਖਾਣਾ ਹੈ, ਮਨ ਦੀ ਖੁਰਾਕ ਗੁਰਬਾਣੀ ਹੈ। ਮਨ ਨੂੰ ਬਾਰ-ਬਾਰ ਸੇਧ ਦੇਣੀ ਪੈਂਦੀ ਹੈ। ਜਿਵੇਂ ਕਈ ਵਾਰ ਕੀ ਹੁੰਦਾ ਨੇ, ਬੱਚੇ ਹੁੰਦੇ ਨੇ, ਬੱਚਿਆਂ ਨੂੰ, ਬੱਚੇ ਖੇਲਦੇ ਨੇ, ਬੜਾ ਹੱਲਾ ਕਰਦੇ ਨੇ, ਉਹਨਾਂ ਨੂੰ ਇੱਕ ਵਾਰ ਕਹਿ ਦੋ ਧੀਰੇ ਬੋਲੋ, ਉਹ ਇਤਨੇ ਐਕਸਾਈਟਡ ਹੁੰਦੇ ਨੇ ਖੇਲ ਦੇ ਵਿੱਚ ਕਿ ਉਹ ਫਿਰ ਆਵਾਜ਼ ਉਹਨਾਂ ਦੀ ਉੱਥੇ ਹੋ ਜਾਏਗੀ, ਫਿਰ ਥੋੜੀ ਦੇਰ ਜਾ ਕੇ ਬੋਲਣਾ ਪੈਂਦਾ, ਬੇਟਾ ਧੀਰੇ ਬੋਲੋ, ਅਸੀਂ ਕੰਮ ਕਰ ਰਹੇ ਹਾਂ। ਫਿਰ ਥੋੜੀ ਦੇਰ ਬਾਅਦ ਉਹਨਾਂ ਦੀ ਆਵਾਜ਼ ਉਨੀ ਤੇਜ਼ ਹੋ ਜਾਏਗੀ, ਕਿਉਂਕਿ ਉਹਨਾਂ ਦਾ ਜਿਹੜਾ ਦਿਲ ਹੈ, ਦਿਮਾਗ ਹੈ, ਉਹ ਗੇਮ ਵਿੱਚ ਹੈ, ਉਹਨਾਂ ਨੂੰ ਉਸ ਵੇਲੇ ਕੁਝ ਸਮਝ ਨਹੀਂ ਆਉਂਦਾ ਹੈ। ਇਵੇਂ ਹੀ ਸਾਡਾ ਮਨ ਜਿਹੜਾ ਹੈ ਨਾ, ਬੜਾ ਚੰਚਲ ਹੈ। ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਇਸ ਗੱਲ ਨੂੰ ਕਹਿੰਦੇ ਨੇ, ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਇਹਨੂੰ ਚਤਰਾਈ ਕਰਨ ਦੀ ਬੜੀ ਆਦਤ ਹੈ, ਇਹ ਹਰ ਗੱਲ ਹੀ ਚਤਰਾਈ ਕਰਦਾ, ਰਸਤੇ ਕੱਢਦਾ ਹੈ, ਮਨ ਚਤਰਾਈ ਨਾਲ ਜੁੜਿਆ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਚਤਰਾਈ ਕਿਨੇ ਨਾ ਪਾਇਆ। ਮਨ ਨੂੰ ਗੁਰਬਾਣੀ ਦੀ ਚੋਟ ਰੋਜ਼ ਪਏਗੀ। ਤੇ ਅਸੀਂ ਨਿਤਨੇਮ ਕਰਦੇ ਹਾਂ, ਹਰ ਵੇਲੇ ਸਿਮਰਨ ਕਰਨ ਨੂੰ, ਗੁਰਬਾਣੀ ਪੜ੍ਹਨ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹ ਜਿਹੜੀ ਗੁਰਬਾਣੀ ਦੀ ਚੋਟ ਹੈ, ਇਹ ਬਾਰ-ਬਾਰ, ਜਿਵੇਂ ਅਸੀਂ ਬੱਚੇ ਨੂੰ ਆਵਾਜ਼ ਲਗਾਉਂਦੇ ਹਾਂ ਨਾ, ਧੀਰੇ ਬੋਲ ਜਾਂ ਇਹ ਕੰਮ ਨਾ ਕਰ, ਇਵੇਂ ਸਾਨੂੰ ਸਮਝਾਉਣ ਲਈ, ਸਾਡੇ ਮਨ ਨੂੰ ਸਮਝਾਉਣ ਲਈ ਕਿ ਬਹੁਤ ਚੰਚਲ ਹੈ ਮਨ, ਟਿਕਦਾ ਹੀ ਨਹੀਂ, ਇਹ ਰੁਕਦਾ ਹੀ ਨਹੀਂ। ਇਸ ਕਰਕੇ ਬਾਰ-ਬਾਰ ਗੁਰਬਾਣੀ ਪੜ੍ਹਦੇ ਹਾਂ, ਬਾਰ-ਬਾਰ ਗੁਰੂ ਦੇ ਹੁਕਮ ਪੜ੍ਹਦੇ ਹਾਂ, ਤਾਂ ਕਿਧਰੇ ਜਾ ਕੇ ਕਿਧਰੇ ਸਾਨੂੰ ਡਰ ਪੈਦਾ ਹੁੰਦਾ ਹੈ ਕਿਸੇ ਕਰਮ ਤੋਂ। ਅਸੀਂ ਚਾਹੇ ਰੁਕਦੇ ਨਹੀਂ, ਲੇਕਿਨ ਸੋਚਣਾ ਸ਼ੁਰੂ ਕਰਦੇ ਹਾਂ, ਫਿਰ ਧੀਰੇ ਧੀਰੇ ਰੁਕਦੇ ਹਾਂ। ਇਸ ਕਰਕੇ ਕਿਰਪਾ ਕਰੋ ਸੰਗਤ ਜੀਓ, ਅੱਜ ਜਿਹੜੀ ਗੱਲ ਅਸੀਂ ਕੀਤੀ ਹੈ, ਕਈ ਵਾਰ ਇਸ ਨੂੰ ਅਗਰ ਖੁੱਲ ਕੇ ਅਸੀਂ ਕਰੀਏ ਤੇ ਕਈ ਲੋਕ ਨਾਰਾਜ਼ ਹੋ ਜਾਂਦੇ ਨੇ ਕਿ ਅਸੀਂ ਧੰਦਾ ਕਿਵੇਂ ਕਰਾਂਗੇ ਜੀ, ਦੁਨੀਆ ਵਿੱਚ ਇਹ ਜ਼ਰੂਰੀ ਹੈ, ਦੁਨੀਆ ਵਿੱਚ ਰਹਿਣ ਲਈ ਜ਼ਰੂਰੀ ਹੈ। ਮਗਰ ਵਿਸ਼ਵਾਸ ਕਰਿਓ, ਕੁਝ ਜ਼ਰੂਰੀ ਨਹੀਂ ਹੈ। ਅੱਜ ਗੁਰੂ ਸਾਹਿਬ ਦੀ ਐਸੀ ਕਿਰਪਾ ਹੋ ਗਈ ਨਾ, ਜਿਨ੍ਹਾਂ ਲੋਕਾਂ ਨਾਲ ਟਾਈਮ ਨਹੀਂ ਸੀ, ਦੁਕਾਨ ਤੋਂ ਉੱਠਦੇ ਨਹੀਂ ਸੀ, ਉਹ ਵੀ ਘਰ ਬੈਠੇ ਨੇ। ਜੋ ਕਹਿੰਦੇ ਸੀ ਨਾ ਕਿ ਬੱਚਿਆਂ ਨਾਲ ਗੱਲ ਕਰਨ ਦਾ ਟਾਈਮ ਨਹੀਂ ਮਿਲਦਾ, ਅੱਜ ਗੁਰੂ ਸਾਹਿਬ ਨੇ ਉਹਨਾਂ ਨੂੰ ਐਸਾ ਬਿਠਾ ਦਿੱਤਾ, ਬੈਠੋ ਗੱਲ ਕਰੋ ਬੱਚਿਆਂ ਨਾਲ। ਮਹਾਰਾਜ ਦੇ ਹੱਥ ਬਹੁਤ ਵੱਡੀ ਖੇਡ ਹੈ, ਸਭ ਕੁਝ ਗੁਰੂ ਦੇ ਹੱਥ ਹੈ। ਗੱਲ ਇੰਨੀ ਹੈ, ਸਾਡਾ ਵਿਸ਼ਵਾਸ ਨਹੀਂ ਹੈ, ਕਿਉਂਕਿ ਦੇਣ ਵਾਲਾ ਗੁਰੂ ਹੈ। ਅਸੀਂ ਸੋਚਦੇ ਹਾਂ ਸਾਡੀ ਮਿਹਨਤ, ਸਾਡੀ ਸਿਆਣਪ, ਸਾਡੀ ਜਿਹੜੀ ਤਪੱਸਿਆ ਹੈ, ਜੋ ਕੰਮ ਅਸੀਂ ਕਰ ਰਹੇ ਹਾਂ, ਉਸ ਤੋਂ ਸਾਨੂੰ ਰੋਜ਼ੀ ਮਿਲਦੀ ਹੈ, ਪੈਸਾ ਮਿਲਦਾ ਹੈ, ਰਿਜ਼ਕ ਮਿਲਦਾ ਹੈ, ਜਾਂ ਹੋਰ ਪਦਾਰਥ ਮਿਲਦੇ ਨੇ, ਮਾਣ ਮਿਲਦਾ ਹੈ। ਮਗਰ ਨਹੀਂ, ਸਭ ਗੁਰੂ ਦੇ ਰਿਹਾ ਹੈ, ਸਾਡੇ ਕਰਮਾਂ ਦੇ ਅਨੁਸਾਰ ਦੇ ਰਿਹਾ ਹੈ। ਉਹ ਸਾਨੂੰ ਮਿਲਦਾ ਹੈ ਜੋ ਮਹਾਰਾਜ ਸਾਨੂੰ ਦਿੰਦਾ ਹੈ। ਅਸੀਂ ਇਹ ਸੋਚ ਸਕਦੇ ਹਾਂ ਸਾਡੀ ਸਿਆਣਪ ਹੈ, ਕਿਉਂਕਿ ਜਿਸ ਦਿਨ ਪੁੱਠਾ ਹੋ ਜਾਂਦਾ ਨਾ ਕੰਮ, ਉਸ ਦਿਨ ਮਾਤੀ ਕੋ ਪੁੱਤਰਾ ਕੈਸੇ ਨਚਤ ਹੈ ਨਾ। ਗੁਰੂ ਸਾਹਿਬ ਕਹਿੰਦੇ ਨੇ ਵੀ ਜਿਸ ਦਿਨ ਮਾਇਆ ਗਈ ਤਬ ਰੋਵਨ ਲਗਤ ਹੈ। ਮੈਨੂੰ ਸੌਰੀ ਤੁਕ ਯਾਦ ਨਹੀਂ ਹੈ, ਮੈਂ ਇਸ ਕਰਕੇ ਕਿ ਜਦ ਤੱਕ ਮਾਇਆ ਆ ਰਹੀ ਹੁੰਦੀ ਹੈ ਤਾਂ ਕਹਿੰਦਾ ਮੈਂ ਕੀਤਾ ਮੈਂ ਕੀਤਾ। ਜਿਸ ਦਿਨ ਮਾਇਆ ਜਾਂਦੀ ਹੈ ਨਾ, ਫਿਰ ਉਹ ਉਸਨੂੰ ਸਮਝ ਆਉਂਦੀ ਕਿ ਕੀ ਹੋ ਗਿਆ, ਤਾਂ ਰੋਣ ਲੱਗ ਜਾਂਦਾ ਹੈ ਕਿ ਇਹ ਮੈਂ ਕੀ ਕੀਤਾ। ਸੋ ਮੇਰੀ ਸੰਗਤ ਜੀ ਬੇਨਤੀ ਹੈ, ਇਹ ਨਹੀਂ ਕਿ ਮਾਇਆ ਨਾ ਕਮਾਓ, ਆਪਣੇ ਕਿਰਤ ਵਿੱਚ ਵੀ ਪੂਰੀ ਮਿਹਨਤ, ਇਮਾਨਦਾਰੀ, ਸੱਚਾਈ ਦੇ ਨਾਲ ਕੰਮ ਕਰੋ, ਲੇਕਿਨ ਆਪਣੇ ਗੁਰੂ ਦੇ ਨਾਲ ਵੀ ਪੂਰੀ ਇਮਾਨਦਾਰੀ, ਪੂਰੀ ਮਿਹਨਤ ਤੇ ਪੂਰੀ ਸੱਚਾਈ ਦੇ ਨਾਲ ਜੁੜੋ। ਆਓ, ਮੇਰਾ ਮਨ ਹੈ ਇੱਕ ਸ਼ਬਦ ਪੜ੍ਹ ਕੇ ਤੇ ਅੱਜ ਦੀ ਸਮਾਪਤੀ ਜੀ। ਸ਼ਲੋਕ ਮੱਲੇ ਪੰਜਵੇਂ ਦਾ। ਤੇਰਾ ਕੀਆ ਜਾਤੋ ਨਾਹੀ, ਮੈਨੂੰ ਜੋਗ ਕੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੈ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਭਾਈ ਸਾਹਿਬ ਜੀ, ਆਪ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਲੜੀ ਇਸੇ ਤਰ੍ਹਾਂ ਚੱਲਦੀ ਰਵੇ, ਸਾਡੀ ਝੋਲੀ ਵਿੱਚ ਪਦਾਰਥ, ਇਹ ਰਤਨ, ਇਹ ਜਵਾਹਰ ਇਸ ਤਰ੍ਹਾਂ ਹੀ ਪੈਂਦੇ ਰਹਿਣ। ਗੁਸਤਾਖੀ ਬੋਲਦਿਆਂ ਕੁਝ क्षमा ਸੰਗਤ ਅੱਗੇ, ਗੁਸਤਾਖੀ ਦੀ क्षमा ਬਖਸ਼ਣਾ ਜੀ। ਆਪ ਜੀ ਭਾਈ ਸਾਹਿਬ ਜੀ ਕੋਈ ਵਾਦ ਕਾਟ ਹੋ ਗਿਆ ਹੋਏ ਤੇ ਬਿਲਕੁਲ ਬੱਚਾ ਜਾਣ ਕੇ ਬਖਸ਼ਣਾ ਜੀ, ਦਇਆ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।